ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਅੱਜ ਅਸੀਂ ਜੋ ਨਵਾਂ ਟੌਪਿਕ ਹੈ ਉਹ ਲੈ ਕੇ ਹਾਜ਼ਰ ਹੈ। ਟੌਪਿਕ ਹੈ ਸਤ੍ਹਾ ਦਾ ਖੇਤਰਫਲ ਅਤੇ ਆਇਤਨ ਨੂੰ ਬੋਲ ਦਿੰਦੇ ਆ ਸਰਫੇਸ ਏਰੀਆ ਐਂਡ ਵੋਲੀਅਮ। ਇਹਦੇ ਵਿੱਚ ਅਸੀਂ ਇਸ ਯੂਨਿਟ ਦੇ ਵਿੱਚ ਪਹਿਲਾਂ ਅਸੀਂ ਮੇਨਲੀ ਫਾਰਮੂਲੇ ਡਿਸਕਸ ਕਰਾਂਗੇ। ਕਿਹੜੀ ਇਹਦੇ 'ਚ ਮਤਲਬ 3 ਡਾਇਮੈਂਸ਼ਨਲ ਆਕ੍ਰਿਤੀ ਕਿਹੜੀ ਇਹਦੇ ਵਿੱਚ ਆਉਂਦੀ ਹੈ, ਉਸ ਦੇ ਅਸੀਂ ਫਾਰਮੂਲੇ ਜਿਹੜੇ ਆ ਉਹ ਡਰਾਈਵ ਕਰਾਂਗੇ। ਉਸ ਦੇ ਬਾਅਦ ਅਸੀਂ ਇਹਦੇ ਜਿਹੜੇ ਕੁਐਸਚਨਸ ਆ ਉਹ ਕਰਨਯੋਗ ਹੋ ਜਾਵਾਂਗੇ। ਪਹਿਲਾਂ ਸਾਨੂੰ ਇਹਨਾਂ ਦੇ ਫਾਰਮੂਲੇ ਜਿਹੜੇ ਆ ਬੜੇ ਧਿਆਨ ਨਾਲ ਸਮਝਣੇ ਪੈਣਗੇ। ਸਟਾਰਟ ਕਰਦੇ ਹਾਂ। ਇਹਦੇ 'ਚੋਂ ਕੁਛ ਕੁ ਫਾਰਮੂਲੇ ਅਸੀਂ ਡਰਾਈਵ ਕਰਾਂਗੇ ਕਿਉਂਕਿ ਉਹ 10th ਤੱਕ ਡਰਾਈਵ ਕਰਨਾ ਉਹਨਾਂ ਨੂੰ ਸੌਖਾ ਹੈ। ਕੁਛ ਫਾਰਮੂਲੇ ਜਿਹੜੇ ਆ ਉਹ ਉਹਨਾਂ ਦੀ ਡੈਰੀਵੇਸ਼ਨ ਜਿਹੜੀ ਆ ਉਹ 10ਵੀਂ ਦੇ ਸਿਲੇਬਸ ਦੇ ਵਿੱਚ ਕਹਿ ਲਓ ਉਸਦਾ ਮਤਲਬ 10th ਤੱਕ ਉਹ ਨਹੀਂ ਆਉਂਦੇ। ਉਹਨਾਂ ਦੀ ਡੈਰੀਵੇਸ਼ਨ ਦਾ ਕੰਮ ਜਿਹੜਾ ਉਹ ਹਾਇਰ ਸਟੱਡੀਜ਼ ਦੇ ਵਿੱਚ ਚਲੇ ਜਾਂਦਾ ਹੈ। ਜਿਸ ਤਰ੍ਹਾਂ ਅਸੀਂ ਇਹਦੇ ਵਿੱਚ ਗੋਲੇ ਬਾਰੇ ਪੜ੍ਹਾਂਗੇ, ਸਫੀਅਰ ਬਾਰੇ ਪੜ੍ਹਾਂਗੇ ਕਿ ਉਸ ਦਾ ਵੋਲੀਅਮ ਜਿਹੜਾ ਵਾ ਉਹ ਸਾਨੂੰ ਫਾਰਮੂਲਾ ਯਾਦ ਕਰਨਾ ਪਏਗਾ ਕਿਉਂਕਿ ਉਸ ਦਾ ਵੋਲੀਅਮ ਡਰਾਈਵ ਕਰਨਾ ਉਹ ਥੋੜ੍ਹਾ ਲੈਂਥੀ ਪ੍ਰੋਸੈਸ ਹੋ ਜਾਂਦਾ। ਉਸ ਦੇ ਲਈ ਫਿਰ ਕੈਲਕੂਲਸ ਦੀ ਮੈਥ ਦੀ ਇੱਕ ਬ੍ਰਾਂਚ ਹੈ ਜਿਸ ਨੂੰ ਕੈਲਕੂਲਸ ਕਹਿੰਦੇ ਆ, ਉਸ ਦੀਆਂ ਇਕੁਏਸ਼ਨਸ ਦੇ ਰਾਹੀਂ ਇਹ ਫਾਰਮੂਲਾ ਡਰਾਈਵ ਹੁੰਦਾ ਹੈ। ਜਾਂ ਸਫੀਅਰ ਨੂੰ ਪਿਰਾਮਿਡਸ ਵਿੱਚ ਕਨਵਰਟ ਕਰੀਏ ਤੇ ਫਿਰ ਉੱਥੋਂ ਵੋਲੀਅਮ ਦੇ ਫਾਰਮੂਲੇ ਜਿਹੜੇ ਆ ਡਰਾਈਵ ਹੁੰਦੇ ਆ। ਸੋ ਅਸੀਂ ਇੱਥੇ ਜਿਹੜੇ ਫਾਰਮੂਲੇ ਈਜ਼ੀਲੀ ਡਰਾਈਵ ਹੋ ਸਕਦੇ ਆ ਉਹ ਮੈਂ ਤੁਹਾਨੂੰ ਸਮਝਾਉਣ ਦਾ ਯਤਨ ਕਰੂੰਗਾ। ਸਾਰੇ ਤੋਂ ਪਹਿਲੀ ਇਹ ਕਿਰਤੀ ਹੈ ਘਣਾਵ, ਕਿਊਬॉइड ਬੋਲ ਦਿੰਦੇ ਇਸ ਨੂੰ। ਇੱਟ ਹੋ ਗਈ, ਕਿਤਾਬ, ਕਮਰਾ, ਇਹ ਸਾਰੇ ਜਿਹੜੇ ਆ ਕਿਊਬॉइड ਸ਼ੇਪ ਦੇ ਵਿੱਚ ਹੁੰਦੇ ਨੇ, ਘਣਾਵ ਸ਼ੇਪ ਦੇ ਵਿੱਚ ਹੁੰਦੇ ਨੇ। ਹੁਣ ਦੇਖੋ ਇੱਥੇ 3 ਮਾਪ ਹੁੰਦੇ ਨੇ ਇਹਦੇ ਵਿੱਚ। ਇੱਕ ਹੁੰਦੀ ਹੈ ਲੰਬਾਈ, ਚੌੜਾਈ ਤੇ ਉਚਾਈ। ਸੋ ਇਹਦੇ ਜੋ ਵੱਖਰੇ ਫਾਰਮੂਲੇ ਉਹ ਤੁਹਾਡੇ ਨਾਲ ਡਿਸਕਸ ਕਰਨੇ ਆ। ਮੇਰੇ ਕੋਲ ਇੱਕ ਸ਼ੇਪ ਹੈ, ਇੱਕ ਗੱਤੇ ਦਾ ਬਾਕਸ ਹੈ ਬਣਿਆ ਹੋਇਆ। ਇਹਨੂੰ ਦੇਖੋ ਧਿਆਨ ਨਾਲ, ਇਹ ਮਤਲਬ ਘਣਾਵ ਦੀ ਸ਼ੇਪ ਦੇ ਵਿੱਚ ਹੈ, ਕਿਊਬॉइड ਸ਼ੇਪ ਦੇ ਵਿੱਚ ਹੈ। ਮੈਂ ਇਹਦੀ ਛੱਤ ਜਿਹੜੀ ਆ ਉਹ ਪਾਸੇ ਕਰ ਦਿੰਦਾ ਤੇ ਤੁਹਾਨੂੰ ਹੋਰ ਵਿਜ਼ੀਬਿਲਿਟੀ ਜਿਹੜੀ ਹੋ ਜਾਏਗੀ। ਦੇਖੋ ਇਹਦਾ ਫਾਰਮੂਲਾ ਸਮਝਣ ਦੇ ਲਈ ਸਾਨੂੰ ਰੈਕਟੈਂਗਲ ਨੂੰ ਸਮਝਣ ਦੀ ਲੋੜ ਹੈ। ਤੁਹਾਨੂੰ ਪਤਾ ਹੈ ਸਾਰਿਆਂ ਨੂੰ, ਤੁਸੀਂ ਛੋਟੀਆਂ ਕਲਾਸਾਂ ਤੱਕ ਆਇਤ ਬਾਰੇ, ਰੈਕਟੈਂਗਲ ਬਾਰੇ ਪੜ੍ਹ ਚੁੱਕੇ ਹੋ ਕਿ ਉਹਦੇ ਵਿੱਚ ਲੰਬਾਈ ਹੁੰਦੀ ਆ ਤੇ ਚੌੜਾਈ ਹੁੰਦੀ ਆ। ਤੇ ਜਦੋਂ ਅਸੀਂ ਉਹਦਾ ਖੇਤਰਫਲ ਲੱਭਣਾ ਹੁੰਦਾ ਹੈ, ਖੇਤਰਫਲ ਦਾ ਮਤਲਬ ਹੁੰਦਾ ਹੈ ਕਿ ਆ ਜੋ ਉਸ ਦਾ ਬਣਦਾ ਹੈ ਇਹਨੇ ਕਿੰਨੀ ਜਗ੍ਹਾ ਘੇਰੀ ਹੋਈ ਹੈ। ਜੇ ਇਹਨੂੰ ਮੈਂ ਕਿਤੇ ਰੱਖ ਦਿੰਦਾ ਹੈ, ਜਿਵੇਂ ਇਹਨੂੰ ਮੈਂ ਪੇਜ ਦੇ ਉੱਪਰ ਰੱਖ ਦਿੱਤਾ ਤੇ ਇਸਨੇ ਪੇਜ ਦੇ ਉੱਪਰ ਕਿੰਨੀ ਸਪੇਸ ਨੂੰ ਓਕੂਪਾਈ ਕੀਤਾ ਹੈ, ਕਿੰਨੀ ਜਗ੍ਹਾ ਮੱਲੀ ਹੈ, ਉਸ ਨੂੰ ਉਹਦਾ ਖੇਤਰਫਲ ਆਖਦੇ ਆ। ਸੋ ਅਸੀਂ ਇਹਦਾ ਖੇਤਰਫਲ ਲੱਭਣ ਦੇ ਲਈ ਕੀ ਕਰਦੇ ਹੁੰਦੇ ਆ, ਲੰਬਾਈ ਨੂੰ ਚੌੜਾਈ ਨਾਲ ਗੁਣਾ ਕਰ ਦਿੰਦੇ ਸੀ। ਗੱਲ ਕੀ ਹੈ ਕਿ ਅਸੀਂ ਇਸ ਨੂੰ ਲੰਬਾਈ ਮੰਨਿਆ ਹੋਇਆ ਤੇ ਇਸ ਪਾਸੇ ਨੂੰ ਅਸੀਂ ਚੌੜਾਈ ਮੰਨਿਆ ਹੋਇਆ। ਜੇ ਮੈਂ ਇਹਨਾਂ ਦਾ ਨਾਮ ਬਦਲਦਾ, ਮੰਨ ਲਓ ਮੈਂ ਇਹਨੂੰ ਚੌੜਾਈ ਕਰ ਦੇਵਾਂ ਤੇ ਇਹਨੂੰ ਉਚਾਈ ਕਰ ਦੇਵਾਂ, ਤਾਂ ਵੀ ਕੀ ਹੋਏਗਾ, ਇਹਨਾਂ ਦੋ ਮਾਪ ਨੂੰ ਅਸੀਂ ਆਪਸ ਦੇ ਵਿੱਚ ਕੀ ਕਰਨਾ ਹੈ, ਗੁਣਾ ਕਰਨਾ ਹੈ। ਸੋ ਆਇਤ ਦਾ ਖੇਤਰਫਲ ਕੀ ਹੁੰਦਾ ਹੈ ਕਿ ਉਹਦੇ ਜਿਹੜੇ ਦੋ ਮਾਪ ਨੇ ਆਹ ਤੇ ਸੇਮ ਹੋ ਗਏ ਨਾ, ਇਹਦੇ ਸਾਹਮਣੇ ਵਾਲਾ ਸੇਮ ਹੈ, ਉਧਰੋਂ ਇਹਦੇ ਸਾਹਮਣੇ ਵਾਲਾ ਇਹ ਸੇਮ ਹੈ। ਇਹ ਜਿਹੜੇ ਦੋ ਮਾਪ ਇਹਨਾਂ ਨੂੰ ਆਪਸ ਦੇ ਵਿੱਚ ਗੁਣਾ ਕਰ ਦਈਏ ਤੇ ਉਹ ਸਾਡੇ ਕੋਲ ਆਇਤ ਦਾ ਖੇਤਰਫਲ ਜਿਹੜਾ ਉਹਦੇ ਵਿੱਚ ਆ ਜਾਏਗਾ। ਸੋ ਇਹਦੀ ਐਪਲੀਕੇਸ਼ਨ ਅਸੀਂ ਇੱਥੇ ਕਰਨੀ ਹੈ। ਇਹ ਮੇਰੇ ਕੋਲ ਸ਼ੇਪ ਹੈ ਕਿਊਬॉइड ਘਣਾਵ ਸ਼ੇਪ ਦੀ। ਇਸ ਦੇ ਵਿੱਚ ਮੈਂ ਲਿਖਿਆ ਹੋਇਆ ਵੱਖਰਾ ਜੋ ਲੰਬਾ ਕਹਿ ਲਓ ਕੰਧ ਹੈ, ਇਹਨੂੰ ਇੱਕ ਕਮਰੇ ਨਾਲ ਕੰਪੇਅਰ ਕਰ ਲੈਂਦੇ ਹਾਂ। ਉਸ ਨੂੰ ਅਸੀਂ ਲੈਂਥ ਮੰਨ ਲਿਆ, ਜੋ ਇਹ ਛੋਟਾ ਹਿੱਸਾ ਹੈ ਇੱਧਰਲੇ ਪਾਸੇ ਆ ਰਿਹਾ, ਇਸ ਨੂੰ ਅਸੀਂ ਇਹਦੀ ਚੌੜਾਈ ਮੰਨ ਲਿਆ। ਤੇ ਜੋ ਇਹ ਸਾਡੇ ਕੋਲ ਤਾਂ ਨੂੰ ਆਏਗਾ, ਇਸ ਨੂੰ ਅਸੀਂ ਕੀ ਮੰਨ ਲਿਆ, ਇਹਦੀ ਉਚਾਈ ਮੰਨ ਲਿਆ। ਠੀਕ ਹੈ, ਇੱਧਰ ਵੀ ਉਚਾਈ ਹੋ ਗਿਆ, ਇੱਧਰ ਵੀ ਉਚਾਈ ਹੋ ਗਿਆ। ਇਹਨੂੰ ਫਾਰਮੂਲਾ ਕਰਨ ਤੋਂ ਪਹਿਲਾਂ ਤੁਸੀਂ ਆਪਣੇ ਆਪ ਨੂੰ ਇਮੇਜਿਨ ਕਰਨਾ ਹੈ ਕਿ ਤੁਸੀਂ ਰੂਮ ਦੇ ਵਿੱਚ ਖੜੇ ਹੋ। ਤੁਹਾਡਾ ਫੇਸ ਜਿਹੜਾ ਉਹ ਜਿਹੜੇ ਪਾਸੇ ਛੋਟੀ ਕੰਧ ਹੈ ਕਹਿ ਲਓ ਉਧਰਲੇ ਪਾਸੇ ਆ। ਸਾਡੇ ਕੋਲ ਦੇਖੋ ਜਿਹੜੀ ਸਾਹਮਣੇ ਵਾਲੀ ਕੰਧ ਹੋਏਗੀ, ਜਿੱਦਾਂ ਤੁਸੀਂ ਖਲੋਤੇ ਹੋਏ ਹੋ ਤਾਂ ਉਹਦੇ ਵਿੱਚ ਦੋ ਮਾਪ ਆਉਣਗੇ। ਇੱਕ ਆਏਗੀ ਉਹਦੇ ਵਿੱਚ ਚੌੜਾਈ, ਇੱਕ ਆਏਗੀ ਉਹਦੇ ਵਿੱਚ ਉਚਾਈ। ਜੇ ਮੈਂ ਇਸ ਦਾ ਫੇਸ ਦੂਸਰੇ ਪਾਸੇ ਕਰ ਦਿੰਦਾ ਤੇ ਇਹਦੇ ਵਿੱਚ ਸਾਡੇ ਕੋਲ ਦੋ ਮਾਪ ਜਿਹੜੇ ਆ ਹੋਣਗੇ। ਉਹ ਹੋਏਗਾ ਇੱਕ ਲੰਬਾਈ ਹੋਏਗਾ, ਦੂਸਰਾ ਕਿਹੜਾ ਹੋਏਗਾ, ਉਚਾਈ ਹੋਏਗਾ। ਜੇ ਫੇਸ ਇੱਧਰਲੇ ਪਾਸੇ ਨੂੰ ਕਰ ਦਈਏ ਤੇ ਫਿਰ ਦੋ ਮਾਪ ਕਿਹੜੇ ਆ ਰਹੇ ਨੇ ਸਾਡੇ ਕੋਲ, ਚੌੜਾਈ ਤੇ ਉਚਾਈ ਆ ਰਿਹਾ। ਇਸ ਤਰ੍ਹਾਂ ਅਸੀਂ ਇੱਧਰ ਨੂੰ ਕਰਾਂਗੇ ਤੇ ਇਹਦੇ ਵਿੱਚ ਸਾਡੇ ਕੋਲ ਲੰਬਾਈ ਤੇ ਉਚਾਈ ਆ ਜਾਏਗਾ। ਸੋ ਸਾਰੇ ਤੋਂ ਪਹਿਲਾ ਫਾਰਮੂਲਾ ਹੈ ਸਾਡੇ ਕੋਲ, ਉਹ ਹੈਗਾ ਘਣਾਵ ਦਾ ਆਇਤਨ। ਆਇਤਨ ਵਰਡ ਆਇਆ, ਆਇਤਨ ਨੂੰ ਇੰਗਲਿਸ਼ ਦੇ ਵਿੱਚ ਵੋਲੀਅਮ ਬੋਲ ਦਿੰਦੇ ਆ। ਆਇਤਨ ਦਾ ਮਤਲਬ ਕੀ ਹੁੰਦਾ, ਵੋਲੀਅਮ।
ਮਤਲਬ ਕਿ ਇਸ ਦੇ ਵਿੱਚ ਕਿੰਨੀ ਚੀਜ਼ ਜਿਹੜੀ ਆ ਭਰੀ ਜਾ ਸਕਦੀ ਹੈ। ਇਹਦੇ ਵਿੱਚ ਜੇ ਮੈਂ ਕਹਿ ਲਓ ਰੇਤ ਭਰਨੀ ਹੈ ਜਾਂ ਕੋਈ ਇਦਾਂ ਦੀ ਚੀਜ਼ ਭਰਨੀ ਹੈ ਵੀ ਬਿਲਕੁਲ ਵੀ ਜਗ੍ਹਾ ਨਾ ਵਿੱਚ ਛੱਡੀ ਜਾਵੇ, ਬਿਲਕੁਲ ਨਾਲ ਜੋੜ ਜੋੜ ਕੇ ਉੱਪਰ ਤੱਕ ਇਹਨੂੰ ਮੈਂ ਫਿਲ ਕਰਨਾ ਹੈ, ਤੇ ਉਹ ਕਿੰਨਾ ਭਰਿਆ ਜਾ ਸਕਦਾ ਹੈ, ਉਹ ਹੁੰਦਾ ਹੈ ਉਸ ਦਾ ਆਇਤਨ। ਜਿਵੇਂ ਕਹਿ ਲਓ ਕਿ ਇਸ ਦੇ ਵਿੱਚ ਮੈਂ ਪਾਣੀ ਜਿਹੜਾ ਇਹਦਾ ਉੱਪਰਲਾ ਸਰਫੇਸ ਹੈ ਇੱਥੋਂ ਤੱਕ ਪਾਣੀ ਲੈ ਕੇ ਆਣਾ ਹੈ, ਤੇ ਇਹਦੇ ਵਿੱਚ ਕਿੰਨਾ ਪਾਣੀ ਪੈ ਸਕਦਾ ਹੈ, ਇਹਦੀ ਕਪੈਸਿਟੀ ਕੀ ਹੈ, ਉਸ ਨੂੰ ਅਸੀਂ ਉਹਦਾ ਵੋਲੀਅਮ ਕਹਿੰਦੇ ਆ, ਆਇਤਨ ਕਹਿੰਦੇ ਆ। ਔਰ ਉਹ ਕਿੱਦਾਂ ਲੱਭਦੇ ਆ ਅਸੀਂ? ਲੰਬਾਈ ਨੂੰ, ਚੌੜਾਈ ਨੂੰ ਤੇ ਉਚਾਈ ਨੂੰ ਕੀ ਕਰੀਦਾ? ਆਪਸ ਦੇ ਵਿੱਚ ਗੁਣਾ ਕਰ ਦੇਈਦਾ। ਲੰਬਾਈ ਗੁਣਾ ਚੌੜਾਈ ਗੁਣਾ ਉਚਾਈ। ਲੰਬਾਈ ਨੂੰ ਲੈਂਥ ਕਹਿੰਦੇ ਆ, ਚੌੜਾਈ ਨੂੰ ਬ੍ਰੈਡਥ ਕਹਿੰਦੇ ਆ, ਤੇ ਉਚਾਈ ਨੂੰ ਹਾਈਟ ਕਹਿੰਦੇ ਆ। ਸਾਡੇ ਕੋਲ ਬਣ ਜਾਏਗਾ L ਗੁਣਾ B ਗੁਣਾ H। ਸੋ ਅਸੀਂ ਇਸ ਤਰੀਕੇ ਨਾਲ ਘਣਾਵ ਦਾ ਜਿਹੜਾ ਆਇਤਨ ਹੈ ਉਹ ਫਾਈਂਡ ਆਊਟ ਕਰ ਸਕਦੇ ਹਾਂ। ਨੈਕਸਟ ਹੈ ਇਸ ਦੀ ਪਾਸਵੀਂ ਸਤ੍ਹਾ ਦਾ ਖੇਤਰਫਲ। ਪਾਸਵੀਂ ਸਤ੍ਹਾ ਕੀ ਹੁੰਦੀ ਹੈ? ਪਾਸੇ ਵਾਲੀ ਸਤ੍ਹਾ। ਇਹਦੇ ਵਿੱਚ ਫਰਸ਼ ਨੂੰ ਤੇ ਛੱਤ ਨੂੰ ਛੱਡ ਦੇਈਦਾ। ਇਹ ਇਹਦੀ ਛੱਤ ਸੀਗੀ, ਠੀਕ ਹੈ, ਇਹਨੂੰ ਮੈਂ ਪਾਸੇ ਕਰ ਦਿੱਤਾ, ਤੇ ਫਰਸ਼ ਨੂੰ ਵੀ ਭੁੱਲ ਜਾਓ। ਕੀ ਆ ਰਿਹਾ ਸਾਡੇ ਕੋਲ? ਇਹ 4 ਕੰਧਾਂ ਆ ਰਹੀਆਂ ਨੇ, 4 ਵਾਲਸ ਆ ਗਈਆਂ, 4 ਵਾਲਸ ਆ ਗਈਆਂ ਨਾ। ਇਹਦੇ ਵਿੱਚ ਸਾਡੇ ਕੋਲ ਇਹ ਵਾਲੀ ਕੰਧ ਆ ਜਾਏਗੀ, ਫਿਰ ਇਹ ਵਾਲੀ ਕੰਧ, ਫਿਰ ਇਹ ਵਾਲੀ, ਇਹ ਵਾਲੀ। ਹੁਣ ਕੱਲੀ ਕੱਲੀ ਵਾਲ ਨੂੰ ਕੰਸੀਡਰ ਕਰੋ, ਕੰਧ ਨੂੰ ਕੰਸੀਡਰ ਕਰੋ, ਤੇ ਸ਼ੇਪ ਕਿਹੜੀ ਬਣਦੀ ਪਈ ਆ? ਸਾਡੇ ਕੋਲ ਆਇਤ ਦੀ ਬਣਦੀ ਪਈ ਹੈ। ਇਸ ਆਇਤ ਦਾ ਖੇਤਰਫਲ ਲੱਭ ਲਈਏ, ਇਸ ਆਇਤ ਦਾ ਖੇਤਰਫਲ ਲੱਭ ਲਈਏ, ਇਸ ਆਇਤ ਦਾ ਖੇਤਰਫਲ ਲੱਭ ਲਈਏ, ਤੇ ਇਸ ਆਇਤ ਦਾ ਖੇਤਰਫਲ ਲੱਭ ਲਈਏ। ਚਾਰਾਂ ਖੇਤਰਫਲਾਂ ਨੂੰ ਪਲੱਸ ਕਰ ਦਈਏ ਤਾਂ ਕੀ ਹੋ ਜਾਏਗਾ? ਸਾਡੇ ਕੋਲ ਘਣਾਵ ਦੀ ਪਾਸਵੀਂ ਸਤ੍ਹਾ ਦਾ ਖੇਤਰਫਲ, ਜਾਂ ਇਸ ਨੂੰ ਏਰੀਆ ਆਫ 4 ਵਾਲਸ ਵੀ ਕਹਿ ਦਿੰਦੇ ਆ, ਜੇ ਅਸੀਂ ਇਹਨੂੰ ਕਮਰੇ ਨਾਲ ਕੰਪੇਅਰ ਕਰ ਰਹੇ ਹਾਂ, ਕਿਉਂਕਿ ਇਹਦੇ ਵਿੱਚ 4 ਕੰਧਾਂ ਜਿਹੜੀਆਂ ਆ ਜਾਂਦੀਆਂ ਨੇ, ਇਹਨੂੰ ਏਰੀਆ 4 ਵਾਲਸ ਕਹਿ ਦਿੰਦੇ ਆ, ਜਾਂ ਇਸ ਨੂੰ ਘਣਾਵ ਦੀ ਪਾਸਵੀਂ ਸਤ੍ਹਾ ਦਾ ਖੇਤਰਫਲ। ਠੀਕ ਹੈ, ਹੁਣ ਇਹ ਡਰਾਈਵ ਕਿੱਦਾਂ ਕਰਨਾ ਹੈ? ਦੇਖੋ, ਮੰਨ ਲਓ ਤੁਸੀਂ ਇੱਧਰ ਨੂੰ ਫੇਸ ਕੀਤਾ ਹੋਇਆ, ਸਾਡੇ ਕੋਲ ਮਾਪ ਕਿਹੜਾ ਆ ਰਿਹਾ? ਇੱਧਰ ਚੌੜਾਈ, ਉੱਪਰ ਵੱਲ ਨੂੰ ਕੀ ਹੋ ਗਿਆ? ਸਾਡੇ ਕੋਲ ਉਚਾਈ। ਇਹਦਾ ਅਸੀਂ ਖੇਤਰਫਲ ਲੱਭਣਾ ਹੈ, ਤੇ ਕੀ ਹੋ ਜਾਏਗਾ? ਚੌੜਾਈ ਗੁਣਾ ਉਚਾਈ ਹੋ ਜਾਏਗਾ। ਇਹਨੂੰ ਜੇ ਲਿਖ ਲਈਏ, ਮੇਰੇ ਕੋਲ ਆ ਗਿਆ B ਗੁਣਾ H। ਠੀਕ ਹੈ ਜੀ। ਹੁਣ ਅਸੀਂ ਆ ਜਾਈਏ ਇੱਧਰਲੀ ਕੰਧ ਵਾਲੇ ਪਾਸੇ। ਇੱਥੇ ਮਾਪ ਕਿਹੜਾ ਆ ਰਿਹਾ ਸਾਡੇ ਕੋਲ? ਲੰਬਾਈ। ਫਿਰ ਇੱਧਰਲੇ ਪਾਸੇ ਕਿਹੜਾ ਆਏਗਾ ਸਾਡੇ ਕੋਲ? ਉਚਾਈ। ਇਸ ਕੰਧ ਦਾ ਖੇਤਰਫਲ ਕੀ ਹੋ ਗਿਆ? ਲੰਬਾਈ ਨੂੰ ਉਚਾਈ ਦੇ ਨਾਲ ਗੁਣਾ ਕਰ ਦਈਏ, ਮਤਲਬ ਆ ਗਿਆ ਸਾਡੇ ਕੋਲ L ਗੁਣਾ H। ਠੀਕ ਹੈ ਜੀ। ਹੁਣ ਫਿਰ ਅਗਲੀ ਕੰਧ ਵੱਲ ਆ ਜਾਈਏ। ਇੱਧਰ ਡਾਇਮੈਂਸ਼ਨ ਕਿਹੜੀ ਹੋ ਗਈ ਸਾਡੇ ਕੋਲ? ਚੌੜਾਈ, ਉੱਪਰ ਵੱਲ ਨੂੰ ਉਚਾਈ। ਇਹਨਾਂ ਨੂੰ ਅਸੀਂ ਖੇਤਰਫਲ ਲੱਭਿਆ, ਕੀ ਬਣ ਗਿਆ? B ਗੁਣਾ H। ਇਹਨੂੰ ਅਸੀਂ ਲਿਖ ਲਈਏ, ਤੇ ਫਿਰ ਸਾਡੇ ਕੋਲ ਇਹ ਚੌਥੀ ਕੰਧ ਹੈ, ਉਹ ਵੀ ਕੀ ਆ ਜਾਏਗਾ? ਲੰਬਾਈ ਗੁਣਾ ਉਚਾਈ ਆ ਜਾਏਗਾ, L ਗੁਣਾ H ਆ ਜਾਏਗਾ। ਮਤਲਬ ਇਹ ਆ ਕਿ ਜੋ ਇਸ ਕੰਧ ਦਾ ਹੈ ਉਹੀ ਇੱਧਰਲੀ ਕੰਧ ਆਣਾ ਹੈ, ਤੇ ਜੋ ਇਸ ਕੰਧ ਦਾ ਸੀਗਾ ਤੇ ਉਹੀ ਉਹਦੇ ਸਾਹਮਣੇ ਵਾਲੀ ਕੰਧ ਦਾ ਹੋਏਗਾ। ਤਾਂ ਸਾਡੇ ਕੋਲ ਇਹ ਆ ਗਿਆ। ਦੇਖੋ ਕੀ ਬਣੇਗਾ? BH ਦੋ ਵਾਰੀ ਹੋ ਗਿਆ, ਤੇ LH ਦੋ ਵਾਰੀ ਹੋ ਗਿਆ। ਇਹ ਸਾਡੇ ਕੋਲ ਬਣ ਗਿਆ 2BH ਪਲੱਸ 2LH। ਜੇ ਇਹਦੇ ਵਿੱਚੋਂ 2 ਨੂੰ ਸਾਂਝਾ ਕੱਢ ਦਈਏ ਤੇ H ਨੂੰ ਵੀ ਸਾਂਝਾ ਕੱਢ ਲਈਏ, ਸਾਡੇ ਕੋਲ ਵਿੱਚ ਕੀ ਰਹਿ ਜਾਂਦਾ ਹੈ? B ਪਲੱਸ L, ਤੇ ਨਾਲ ਕੀ ਆ ਜਾਏਗਾ? H ਆ ਜਾਏਗਾ। ਤੈਨੂੰ ਜੇ ਅਰੇਂਜ ਕਰ ਲਈਏ ਅਸੀਂ, ਮਤਲਬ ਲੈਂਥ ਨੂੰ ਪਹਿਲਾਂ ਲਿਖ ਲਈਏ, ਬ੍ਰੈਡਥ ਨੂੰ ਬਾਅਦ 'ਚ ਲਿਖ ਲਈਏ, ਤੇ ਸਾਡੇ ਕੋਲ ਇਹ ਵਾਲਾ ਫਾਰਮੂਲਾ ਬਣ ਜਾਏਗਾ। ਇਹ ਹੁੰਦਾ ਹੈ ਘਣਾਵ ਦੀ ਪਾਸਵੀਂ ਸਤ੍ਹਾ ਦਾ ਖੇਤਰਫਲ। ਠੀਕ ਹੈ ਜੀ। 2 L ਪਲੱਸ B H। ਇਹ ਅਸੀਂ ਇੱਦਾਂ ਮਤਲਬ ਫਾਰਮੂਲਾ ਡਰਾਈਵ ਕਰ ਸਕਦੇ ਹਾਂ। ਹੁਣ ਅਸੀਂ ਕਰਾਂਗੇ ਇਸ ਦੀ ਕੁੱਲ ਸਤ੍ਹਾ ਦਾ ਖੇਤਰਫਲ। ਕੁੱਲ ਸਤ੍ਹਾ ਦੇ ਵਿੱਚ ਕੀ ਆਏਗਾ? ਫਰਸ਼ ਵੀ ਆਏਗਾ, ਤੇ ਨਾਲ ਜਿਹੜੀ ਛੱਤ ਹੈ ਉਹ ਵੀ ਇਹਦੇ ਵਿੱਚ ਕੀ ਹੋਏਗਾ? ਇਨਕਲੂਡ ਹੋ ਜਾਏਗੀ। ਇਹਦੇ ਵਿੱਚ ਅਸੀਂ ਫਰਸ਼ ਵੀ ਲਵਾਂਗੇ, ਠੀਕ ਹੈ, ਜੋ ਨੀਚੇ ਵਾਲਾ ਸਰਫੇਸ ਹੈ, ਤੇ ਨਾਲ ਜੋ ਉੱਪਰ ਵਾਲਾ ਸਰਫੇਸ ਹੈ ਉਹ ਵੀ ਇਹਦੇ ਵਿੱਚ ਹੋਏਗਾ। ਦੇਖੋ 4 ਕੰਧਾਂ ਦਾ ਤਾਂ ਅਸੀਂ ਲੱਭ ਚੁੱਕੇ ਹਾਂ। ਜੇ ਮੈਂ ਇਹੀ ਦੁਬਾਰਾ ਲਿਖ ਲਾਂ, 4 ਕੰਧਾਂ ਦਾ ਬਣ ਗਿਆ 2BH ਤੇ 2LH। ਹੁਣ ਰਹਿ ਗਿਆ ਸਾਡੇ ਕੋਲ ਫਰਸ਼ ਦਾ। ਠੀਕ ਹੈ, ਹੁਣ ਤੁਸੀਂ ਫਰਸ਼ ਨੂੰ ਕੰਸੀਡਰ ਕਰੋ। ਫਰਸ਼ ਦੇ ਵਿੱਚ ਮਾਪ ਕਿਹੜਾ ਕਿਹੜਾ ਆਏਗਾ? ਇੱਕ ਸਾਡੇ ਕੋਲ ਆਏਗੀ ਲੈਂਥ, ਇੱਕ ਸਾਡੇ ਕੋਲ ਆਏਗੀ ਬ੍ਰੈਡਥ। ਇਸ ਦਾ ਮਤਲਬ ਅਸੀਂ ਲੰਬਾਈ ਨੂੰ ਚੌੜਾਈ ਨਾਲ ਗੁਣਾ ਕਰ ਦਈਏ, ਤੇ ਕੀ ਬਣ ਗਿਆ ਸਾਡੇ ਕੋਲ? LB। ਠੀਕ ਹੈ, ਤੇ ਹੁਣ ਅਸੀਂ ਆ ਜਾਈਏ ਛੱਤ ਦੇ ਉੱਪਰ। ਛੱਤ ਦੇ ਉੱਪਰ ਵੀ ਉਹੀ ਚੀਜ਼ ਹੈ। ਇੱਕ ਸਾਡੇ ਕੋਲ ਆਏਗੀ ਲੈਂਥ ਹੋ ਗਈ, ਇੱਕ ਸਾਡੇ ਕੋਲ ਹੋ ਗਈ ਬ੍ਰੈਡਥ। ਇਹਨੂੰ ਵੀ ਅਸੀਂ ਇਹਦੇ 'ਚ ਪਲੱਸ ਕਰ ਦਈਏ, ਤੇ ਸਾਡੇ ਕੋਲ LB ਵੀ 2 ਵਾਰੀ ਆ ਗਿਆ। ਦੇਖੋ ਕੀ ਬਣ ਜਾਏਗਾ? 2LB, ਇਹਨੂੰ ਮੈਂ ਪਹਿਲਾਂ ਲਿਖ ਲਿਆ, ਫਿਰ 2BH, ਤੇ ਫਿਰ ਉਸ ਦੇ ਬਾਅਦ 2LH ਆ ਜਾਏਗਾ। 2 ਇਹਦੇ ਵਿੱਚੋਂ ਸਾਂਝਾ ਕੱਢ ਦਈਏ ਤੇ ਰਹਿ ਜਾਏਗਾ LB, BH ਤੇ LH।
ਇਹ ਹੋ ਗਿਆ ਸਾਡੇ ਕੋਲ ਘਣਾਵ ਦੀ ਕੁੱਲ ਸਤ੍ਹਾ ਦਾ ਖੇਤਰਫਲ। ਕੁੱਲ ਸਤ੍ਹਾ ਦਾ ਮਤਲਬ ਹੁੰਦਾ ਹੈ ਕਿ ਉਹਦੇ ਵਿੱਚ ਸਾਰੇ ਸਰਫੇਸ ਲੈਣੇ ਅਸੀਂ। ਤੇ ਜਦੋਂ ਪਾਸਵੀਂ ਸਤ੍ਹਾ ਕਹਿੰਦੇ ਆ, ਕੁੱਲ ਸਤ੍ਹਾ ਦੇ ਵਿੱਚ ਸਾਰੇ ਸਰਫੇਸ ਮੀਨਸ ਇਹ ਉੱਪਰ ਵਾਲਾ ਸਰਫੇਸ ਹੈ, ਫਿਰ ਇਹ ਨੀਚੇ ਵਾਲਾ ਸਰਫੇਸ ਹੈ, ਫਿਰ ਇਹ ਸਾਈਡਾਂ ਵਾਲੇ ਸਾਰੇ ਸਰਫੇਸ ਆਏ ਨੇ ਇਹਦੇ ਵਿੱਚ। ਜਦੋਂ ਪਾਸਵੀਂ ਕਹਿੰਦੇ ਆ ਉਹਦੇ ਵਿੱਚ ਛੱਤ ਨੂੰ ਤੇ ਫਰਸ਼ ਨੂੰ ਛੱਡ ਦਈਦਾ ਹੈ, ਜੋ ਇਹ ਚਾਰ ਕੰਧਾਂ ਨੇ ਜਾਂ ਪਾਸੇ ਵਾਲਾ ਸਰਫੇਸ ਹੈ ਉਹ ਰਹਿ ਜਾਂਦਾ ਹੈ। ਸੋ ਇਸ ਤਰੀਕੇ ਨਾਲ ਅਸੀਂ ਜੋ ਘਣਾਵ ਹੈ ਉਸਦੇ ਫਾਰਮੂਲੇ ਜਿਹੜੇ ਡਰਾਈਵ ਕਰ ਸਕਦੇ ਹਾਂ। ਇਹ ਸੀਗਾ ਘਣਾਵ ਦੀ ਕੁੱਲ ਸਤ੍ਹਾ ਦਾ ਖੇਤਰਫਲ 2LB, 2 ਕਾਮਨ ਹੈ, LB + BH LH, ਤੇ ਇਹ ਸੀਗਾ ਇਹਦੀ ਪਾਸਵੀਂ ਸਤ੍ਹਾ ਦਾ ਖੇਤਰਫਲ। ਇਸ ਤੋਂ ਬਾਅਦ ਸਾਡੇ ਕੋਲ ਅਗਲੀ ਸ਼ੇਪ ਹੈ, ਉਹ ਹੈਗਾ ਸਾਡੇ ਕੋਲ ਕਿਊਬ, ਘਣ ਜਿਹਨੂੰ ਬੋਲ ਦਿੰਦੇ ਆ। ਤੁਸੀਂ ਲੁੱਡੋ ਵਾਲਾ ਡਾਈਸ ਜਿਹੜਾ ਉਹ ਸਾਰਿਆਂ ਨੇ ਦੇਖਿਆ ਹੋਏਗਾ, ਜਿਸ ਦੇ ਉੱਪਰ 1 ਤੋਂ ਲੈ ਕੇ 6 ਤੱਕ ਲਿਖਿਆ ਹੁੰਦਾ। ਜਿਵੇਂ ਇੱਕ ਗੱਤੇ ਦਾ ਬਣਿਆ ਹੋਇਆ ਡਾਈਸ ਹੈ, ਇੱਥੇ ਗਿਣਤੀ ਲਿਖੀ ਹੋਈ ਹੈ 1 ਤੋਂ ਲੈ ਕੇ 6 ਤੱਕ, ਇਹਨੂੰ ਕਿਊਬ ਕਹਿੰਦੇ ਆ, ਘਣ ਕਹਿੰਦੇ ਆ। ਔਰ ਇਹਦੀ ਖਾਸੀਅਤ ਕੀ ਹੁੰਦੀ ਹੈ, ਇਹਦੀ ਲੰਬਾਈ ਦੇਖੋ ਧਿਆਨ ਨਾਲ, ਇਹਦੀ ਲੰਬਾਈ, ਚੌੜਾਈ ਤੇ ਉਚਾਈ ਤਿੰਨੇ ਕੀ ਹੁੰਦੀਆਂ ਨੇ, ਬਰਾਬਰ ਹੁੰਦੀਆਂ ਨੇ। ਜਿੰਨੀ ਇਹਦੀ ਲੰਬਾਈ ਹੈ ਓਨੀ ਇਹਦੀ ਚੌੜਾਈ ਹੈ ਤੇ ਓਨੀ ਕੀ ਹੈ ਇਹਦੀ ਉਚਾਈ ਹੈ। ਤਿੰਨੇ ਚੀਜ਼ਾਂ ਇਹਦੇ ਵਿੱਚ ਕੀ ਨੇ, ਸੇਮ ਨੇ। ਸੋ ਅਸੀਂ ਕੀ ਕਰਦੇ ਹਾਂ, ਜੇ ਤਿੰਨਾਂ ਮਾਪ ਨੂੰ A ਮੰਨ ਲਈਏ, ਇਹਨੂੰ ਵੀ A ਮੰਨ ਲਈਏ, ਇਹਨੂੰ ਵੀ A ਮੰਨ ਲਈਏ, ਇਹਨੂੰ ਵੀ A ਮੰਨ ਲਈਏ, ਤੇ ਅਸੀਂ ਲੈਂਥ ਦੀ ਜਗ੍ਹਾ ਤੇ ਵੀ ਜਿਹੜੇ ਉੱਪਰ ਫਾਰਮੂਲੇ ਸੀ ਉਹਨਾਂ 'ਚ A ਪੁੱਟ ਕਰ ਦਈਏ, ਬ੍ਰੈਡਥ ਦੀ ਜਗ੍ਹਾ ਤੇ ਵੀ A ਪੁੱਟ ਕਰ ਦਈਏ, ਹਾਈਟ ਦੀ ਜਗ੍ਹਾ ਤੇ ਵੀ A ਪੁੱਟ ਕਰ ਦਈਏ ਇਹਨਾਂ ਦੇ ਵਿੱਚ, ਤੇ ਸਾਡੇ ਕੋਲ ਇਹ ਸਾਰੇ ਫਾਰਮੂਲੇ ਜਿਹੜੇ ਆ ਡਰਾਈਵ ਹੋ ਜਾਣਗੇ। ਸਾਰੇ ਤੋਂ ਪਹਿਲਾਂ ਅਸੀਂ ਆਇਤਨ, ਇੱਥੇ ਅਸੀਂ A ਕੀਤਾ, A ਨੂੰ 3 ਵਾਰੀ ਮਲਟੀਪਲਾਈ ਕਰਾਂਗੇ ਤੇ ਕੀ ਬਣ ਜਾਊਗਾ, A ਦੀ ਪਾਵਰ 3 ਬਣ ਜਾਏਗਾ। ਫਿਰ ਸਾਡੇ ਕੋਲ ਹੈ ਕੁੱਲ ਸਤ੍ਹਾ ਦਾ ਖੇਤਰਫਲ, ਇੱਥੇ ਵੀ ਤੁਸੀਂ A ਲਿਖਣਾ, ਇੱਥੇ ਵੀ A ਲਿਖਣਾ ਹੈ। ਇਹਨੂੰ ਮੈਂ ਰਫਲੀ ਸਾਈਡ ਤੇ ਕਰ ਦਿੰਦਾ। ਸਾਡੇ ਕੋਲ ਸੀਗਾ ਫਾਰਮੂਲਾ 2LB BH ਤੇ LH, ਜਾਂ ਉਹ ਲਿਖਿਆ ਹੋਇਆ, ਤੇ ਇੱਥੇ ਵੀ A ਲਿਖਣਾ, ਇੱਥੇ ਵੀ A ਲਿਖਣਾ। A ਨੂੰ A ਨਾਲ ਮਲਟੀਪਲਾਈ ਕੀਤਾ, ਬਣ ਗਿਆ ਸਾਡੇ ਕੋਲ A², ਫਿਰ ਅੱਗੇ A², ਫਿਰ ਅੱਗੇ ਕੀ ਆ ਗਿਆ ਸਾਡੇ ਕੋਲ, A² ਆ ਗਿਆ। 1 2 3 A² ਬਣ ਗਿਆ, ਤੇ ਇਹਨੂੰ ਅਸੀਂ ਆਪਸ ਮਲਟੀਪਲਾਈ ਕੀਤਾ ਤੇ ਬਣ ਗਿਆ ਸਾਡੇ ਕੋਲ 6A²। ਸੋ ਇਹ ਹੋ ਗਿਆ ਸਾਡੇ ਕੋਲ ਘਣ ਦੀ ਕੁੱਲ ਸਤ੍ਹਾ ਦਾ ਖੇਤਰਫਲ ਕੀ ਆ ਗਿਆ ਸਾਡੇ ਕੋਲ, 6A²। ਇਸ ਤਰ੍ਹਾਂ ਅਸੀਂ ਇਹਦੇ ਵਿੱਚ A ਪੁੱਟ ਕਰਾਂਗੇ ਤੇ ਇਹ ਬਣ ਜਾਣਾ ਸਾਡੇ ਕੋਲ 2A, ਇੱਥੇ ਵੀ A ਕੀਤਾ 2 × 2 4, ਤੇ ਸਾਡੇ ਕੋਲ ਬਣ ਜਾਣਾ 4A²। ਇਸ ਤਰੀਕੇ ਨਾਲ ਅਸੀਂ ਇਹਦੇ ਫਾਰਮੂਲੇ ਜਿਹੜੇ ਇੱਥੋਂ ਡਰਾਈਵ ਕਰ ਸਕਦੇ ਹਾਂ। ਇਹ ਆ ਸਾਡੇ ਕੋਲ ਘਣਾਵ ਤੇ ਘਣ ਦੇ ਫਾਰਮੂਲੇ। ਇਸ ਤੋਂ ਬਾਅਦ ਜੋ ਨੈਕਸਟ ਫਾਰਮੂਲੇ ਅਸੀਂ ਉਹ ਤੁਹਾਡੇ ਨਾਲ ਡਿਸਕਸ ਕਰਾਂਗੇ। ਇਸ ਤੋਂ ਬਾਅਦ ਜੋ ਨੈਕਸਟ ਹੈ ਉਹ ਸਾਡੇ ਕੋਲ ਬੇਲਨ, ਸਿਲੰਡਰ ਬੋਲ ਦਿੰਦੇ ਆ ਇੰਗਲਿਸ਼ ਦੇ ਵਿੱਚ। ਜਿਸ ਤਰ੍ਹਾਂ ਇੱਕ ਚੌਕ ਹੈ, ਇਹ ਕੀ ਆ ਸਾਡੇ ਕੋਲ, ਸਿਲੰਡਰੀਕਲ ਸ਼ੇਪ ਦੇ ਵਿੱਚ ਹੈ। ਇਸ ਦਾ ਉੱਪਰ ਵਾਲਾ ਜੋ ਸਰਫੇਸ ਹੈ ਉੱਡਾ ਹੀ ਸਰਫੇਸ ਇਹਦਾ ਨੀਚੇ ਵਾਲਾ ਹੈ, ਮਤਲਬ ਉੱਪਰ ਵਾਲਾ ਚੱਕਰ ਥੱਲੇ ਵਾਲਾ ਚੱਕਰ ਦੋਵੇਂ ਕੀ ਨੇ, ਸੇਮ ਨੇ। ਤੇ ਫਿਰ ਅਸੀਂ ਇਹਨੂੰ ਕੀ ਬੋਲ ਦਿੰਦੇ ਹਾਂ, ਇੱਕ ਸਿਲੰਡਰ ਬੋਲ ਦਿੰਦੇ ਹਾਂ, ਇੱਕ ਬੇਲਨ ਬੋਲ ਦਿੰਦੇ ਆ। ਠੀਕ ਹੈ, ਇਸ ਦੇ ਫਾਰਮੂਲੇ ਨੇ। ਇਸ ਦੇ ਫਾਰਮੂਲੇ ਡਰਾਈਵ ਕਰਨ ਦੇ ਲਈ ਦੇਖੋ, ਸਾਰੇ ਤੋਂ ਪਹਿਲਾ ਫਾਰਮੂਲਾ ਹੈ ਬੇਲਨ ਦਾ ਆਇਤਨ, ਅਸੀਂ ਉਹ ਡਰਾਈਵ ਕਰਾਂਗੇ। ਦੇਖੋ ਉਹਨੂੰ ਡਰਾਈਵ ਕਰਨ ਦੇ ਲਈ ਇੱਕ ਕੋਇਨ ਲੈ ਲੈਂਦੇ ਹਾਂ। ਇਸ ਕੋਇਨ ਦੀ ਹੁਣ ਇਹਦਾ ਵੋਲੀਅਮ ਤਾਂ ਹੋਏਗਾ ਨਹੀਂ, ਕਿਉਂਕਿ ਅਸੀਂ ਇਹਦੀ ਮੋਟਾਈ ਨੂੰ ਬਿਲਕੁਲ ਮੰਨ ਲੈਂਦੇ ਵੀ ਬਿਲਕੁਲ ਹੈ ਨਹੀਂ, ਇਹ 2 ਡਾਇਮੈਂਸ਼ਨਲ ਚੀਜ਼ ਹੈ, ਇਸ ਦੀ ਮੋਟਾਈ ਨਹੀਂ ਹੈਗੀ, ਇਹ ਬਿਲਕੁਲ 2 ਡਾਇਮੈਂਸ਼ਨਲ ਹੈ। ਠੀਕ ਹੈ, ਤੇ ਅਸੀਂ ਇਹ ਦੇਖਣਾ ਹੈ ਵੀ ਇਹ ਥਾਂ ਕਿੰਨੀ ਘਿਰਦਾ ਪਿਆ, ਇਹਨੇ ਕਿੰਨੀ ਜਗ੍ਹਾ ਰੋਕੀ ਹੈ, ਇਸ ਸਪੇਸ ਦੇ ਉੱਪਰ ਇਸਨੇ ਜਗ੍ਹਾ ਰੋਕੀ ਹੈ ਨਾ, ਤਾਂ ਉਹ ਕਿੰਨੀ ਰੋਕੀ ਹੋਈ ਹੈ, ਉਹ ਕਿੱਦਾਂ ਕੱਢਾਂਗੇ ਅਸੀਂ ਇਸ ਦਾ ਚੱਕਰ ਦਾ ਖੇਤਰਫਲ ਲੱਭ ਲੈਂਦੇ ਹਾਂ। ਖੇਤਰਫਲ ਕੀ ਹੁੰਦਾ ਚੱਕਰ ਦਾ, πr² ਹੁੰਦਾ। ਠੀਕ ਹੈ, ਤੇ ਮੈਂ ਕੀ ਕਰਦਾ, ਇਹਦਾ ਖੇਤਰਫਲ ਲੱਭ ਲਿਆ, ਫਿਰ ਉਸ ਦੇ ਬਾਅਦ ਮੈਂ ਇੱਦਾਂ ਦੇ ਕੋਇਨ ਕਿੰਨੇ ਸਾਰੇ ਲੈ ਲੈਣਾ, ਤਾਂ ਉਹਨਾਂ ਨੂੰ ਕੀ ਕਰਦੇ ਹਾਂ, ਆਪਸ ਦੇ ਵਿੱਚ ਮਿਲਾ ਕੇ ਇੱਦਾਂ ਬਣਾ ਲੈਂਦੇ। ਠੀਕ ਹੈ, ਹੁਣ ਦੇਖੋ ਜਗ੍ਹਾ ਤਾਂ ਉਹਨੇ ਇੱਕ ਜਗ੍ਹਾ ਤੇ ਜਿੰਨੀ ਰੋਕੀ ਸੀ ਉਨੀ ਹੀ ਰੋਕੀ ਹੈ, ਪਰ ਨਾਲ ਫਰਕ ਕੀ ਪੈ ਗਿਆ, ਨਾਲ ਉਚਾਈ ਬਣ ਗਈ ਹੈ, ਹਾਈਟ ਬਣ ਗਈ ਹੈ ਨਾ ਇਹਦੀ, ਇਹ ਥੋੜ੍ਹਾ ਉੱਚਾ ਹੋ ਗਿਆ, ਇੱਥੋਂ ਲੈ ਕੇ ਇੱਥੋਂ ਤੱਕ ਇਹਦੀ ਕੀ ਹੈ, ਇੱਕ ਹਾਈਟ ਬਣ ਗਈ ਹੈ। ਸੋ ਇਹਦੇ ਵਿੱਚ ਕਿੰਨੀ ਮਤਲਬ ਕਿੰਨੀ ਚੀਜ਼ ਇਹ 'ਚ ਪੈ ਸਕਦੀ ਹੈ ਜੇ ਖਾਲੀ ਹੋਵੇ ਜਾਂ ਕਿੱਦਾਂ ਹੈ, ਤਾਂ ਫਿਰ ਅਸੀਂ ਕਿੱਦਾਂ ਲੱਭਾਂਗੇ। ਦੇਖੋ ਇਸ ਦਾ ਜੋ ਜਗ੍ਹਾ ਘੇਰੀ ਸੀ ਉਹ ਕਿੰਨੀ ਸੀ, πr², ਤੇ ਇਸ ਦੀ ਜੋ ਹਾਈਟ ਬਣੀ ਆ ਉਹ ਕਿੰਨੀ, ਉਹਨੂੰ h ਮੰਨ ਲਈਏ, ਤੇ ਸਾਡੇ ਕੋਲ ਆ ਜਾਂਦਾ ਹੈ ਵੋਲੀਅਮ ਦਾ ਫਾਰਮੂਲਾ, ਆਇਤਨ ਦਾ ਫਾਰਮੂਲਾ। ਬੇਲਨ ਦਾ ਆਇਤਨ ਕੀ ਹੋ ਗਿਆ ਸਾਡੇ ਕੋਲ, πr²h। πr²
ਉਸ ਦਾ ਖੇਤਰਫਲ ਸੀਗਾ, ਜੋ ਉਹਦਾ ਥੱਲੇ ਵਾਲਾ ਚੱਕਰ ਕਹਿ ਲਓ। ਉਸ ਦੇ ਉੱਪਰ ਅਸੀਂ ਹੋਰ ਚੱਕਰ ਰੱਖੀ ਗਏ, ਹੋਰ ਰੱਖੀ ਗਏ, ਤਾਂ ਉਹਦੀ ਹਾਈਟ h ਹੋ ਗਈ, ਤੇ ਸਾਡੇ ਕੋਲ ਉਹਦਾ ਆਇਤਨ ਦਾ ਫਾਰਮੂਲਾ ਬਣ ਜਾਏਗਾ ਪਾਈ ਆਰ ਸਕੁਅਰ h। ਉਸ ਤੋਂ ਬਾਅਦ ਹੈ ਬੇਲਨ ਦੀ ਵਕਰ ਸਤ੍ਹਾ ਦਾ ਖੇਤਰਫਲ। ਵਕਰ ਸਤ੍ਹਾ ਦਾ ਖੇਤਰਫਲ ਡਰਾਈਵ ਕਰਨ ਦੇ ਲਈ ਸਪੋਜ਼ ਕਰੋ ਸਾਡੇ ਕੋਲ ਇੱਕ ਪੇਜ ਹੈ, ਗੱਤਾ ਹੈ, ਦੇਖੋ ਇਸ ਤਰ੍ਹਾਂ ਦੀ ਸ਼ੇਪ ਹੈ ਇਸ ਦੀ, ਤੇ ਇਹਨੂੰ ਅਸੀਂ ਕੀ ਕੀਤਾ, ਇਹਦੀ ਹਾਈਟ ਮੰਨ ਲਈ, ਠੀਕ ਹੈ। ਵਕਰ ਸਤ੍ਹਾ ਦਾ ਮਤਲਬ ਕੀ ਹੁੰਦਾ ਹੈ ਕਿ ਉੱਪਰ ਵਾਲਾ ਸਰਫੇਸ ਤੇ ਥੱਲੇ ਵਾਲਾ ਸਰਫੇਸ ਕੀ ਕਰਨਾ, ਛੱਡ ਦੇਣਾ ਹੈ। ਸਿਰਫ ਇਹ ਜਿਹੜਾ ਇਹ ਵਕਰ ਬਣਦਾ ਪਿਆ, ਇਹ ਪਾਸੇ ਵਾਲਾ ਸਰਫੇਸ ਅਸੀਂ ਇਹਦੇ ਵਿੱਚ ਕੰਸੀਡਰ ਕਰਨਾ ਹੈ। ਅਸੀਂ ਲੱਭਣਾ ਹੈ ਕਿ ਇਸ ਦਾ ਕੀ ਖੇਤਰਫਲ ਹੈ, ਠੀਕ ਹੈ। ਸਿਰਫ ਸਰਫੇਸ ਦਾ ਮਤਲਬ ਇਹੀ ਹੈ ਵੀ ਅਸੀਂ 2 ਡਾਇਮੈਂਸ਼ਨਲ ਚੀਜ਼ ਲੈਣੀ, ਇਹਦੇ 'ਚ ਇਹ ਨਹੀਂ ਦੇਖਣਾ ਵੀ ਉਹਨੇ 'ਚ ਕਿੰਨੀ ਚੀਜ਼ ਪੈ ਰਹੀ ਆ, ਉਹ ਵੋਲੀਅਮ ਹੋ ਜਾਂਦਾ ਹੈ। ਅਸੀਂ ਸਿਰਫ ਇਹ ਪਾਸੇ ਵਾਲਾ ਸਰਫੇਸ ਲੈਣਾ ਹੈ। ਤੇ ਜੇ ਮੈਂ ਇਹਨੂੰ ਖੋਲ ਦੇਵਾਂ, ਦੇਖੋ ਇੱਦਾਂ ਵਾ ਪਹਿਲਾਂ ਸ਼ੇਪ ਇਹਦੀ, ਆ ਇਹਦੇ ਉੱਪਰ ਇੱਕ ਚੱਕਰ ਬਣਦਾ ਪਿਆ ਸੀਗਾ, ਇਹਨੂੰ ਜੇ ਖੋਲ ਦਈਏ ਤੇ ਦੇਖੋ ਇੱਦਾਂ ਦੀ ਆਕ੍ਰਿਤੀ ਬਣ ਜਾਂਦੀ ਹੈ। ਇਹ ਕੀ ਬਣ ਗਈ, ਸਾਡੇ ਕੋਲ ਇੱਕ ਆਇਤ ਬਣ ਗਈ ਹੈ। ਸੋ ਇਸ ਆਇਤ ਦੀ ਹਾਈਟ ਕਿੰਨੀ ਸੀ, ਇੱਕ ਮਾਪ ਕਿੰਨਾ ਸਾਡੇ ਕੋਲ, ਚੜਾਈ ਕਿੰਨੀ ਸੀ, ਇਹਦੇ ਵਿੱਚ h ਸੀਗੀ। ਜਿਹੜੀ ਇਹਦੀ ਲੰਬਾਈ ਸੀਗੀ ਉਹ ਕਿੱਥੋਂ ਆਏਗੀ, ਜਿੰਨਾ ਇਹ ਮਤਲਬ ਆ ਗੁਲਾਈ ਸੀਗੀ। ਮਤਲਬ ਕੀ ਹੈ, ਇਸ ਦਾ ਘੇਰਾ, ਚੱਕਰ ਦਾ ਘੇਰਾ, ਜਿਹੜਾ ਚੱਕਰ ਦਾ ਘੇਰਾ ਕਿੰਨਾ ਹੁੰਦਾ ਸਾਡੇ ਕੋਲ, 2 ਪਾਈ ਆਰ ਹੁੰਦਾ ਹੈ। ਤੁਹਾਨੂੰ ਸਾਰਿਆਂ ਨੂੰ ਫਾਰਮੂਲਾ ਪਤਾ ਹੈ 2 ਪਾਈ ਆਰ, ਤੇ ਨਾਲ ਉਸ ਦੀ ਜੋ ਉਚਾਈ ਹੈ ਉਹ h ਹੈ। 2 ਪਾਈ ਆਰ ਨੂੰ ਅਸੀਂ h ਦੇ ਨਾਲ ਮਲਟੀਪਲਾਈ ਕੀਤਾ ਤੇ ਸਾਡੇ ਕੋਲ ਬਣ ਗਿਆ 2 ਪਾਈ ਆਰ h। ਸੋ ਇਸ ਤਰੀਕੇ ਨਾਲ ਅਸੀਂ ਬੇਲਨ ਦੀ ਵਕਰ ਸਤ੍ਹਾ ਦਾ ਖੇਤਰਫਲ ਜਿਹੜਾ ਫਾਈਂਡ ਆਊਟ ਕਰ ਸਕਦੇ ਹਾਂ। ਜਦੋਂ ਅਸੀਂ ਇਹਦੀ ਕੁੱਲ ਸਤ੍ਹਾ ਲੱਭਣੀ ਹੈ, ਕੁੱਲ ਸਤ੍ਹਾ ਦੇ ਵਿੱਚ ਕੀ ਹੋਏਗਾ, ਉੱਪਰ ਵਾਲਾ ਸਰਫੇਸ ਵੀ ਆਏਗਾ, ਇਹ ਵੀ ਮੰਨ ਲਓ ਬੰਦ ਹੈ, ਥੱਲੇ ਵਾਲਾ ਸਰਫੇਸ ਵੀ ਬੰਦ ਹੈ, ਠੀਕ ਹੈ। ਜੋ ਪਾਸੇ ਵਾਲਾ ਹੈ ਉਹ ਸਾਡੇ ਕੋਲ ਹੋ ਗਿਆ 2 ਪਾਈ ਆਰ h, ਉੱਪਰ ਵਾਲਾ ਚੱਕਰ ਹੈ, ਠੀਕ ਹੈ। ਇਹਨੂੰ ਅਸੀਂ ਮੰਨ ਲੈਂਦੇ ਵੀ ਇਹ ਕਵਰਡ ਹੈ, ਮਤਲਬ ਇਹ ਉੱਪਰ ਵੀ ਢੱਕਿਆ ਹੋਇਆ, ਤਾਂ ਉੱਪਰ ਵਾਲੀ ਚੱਕਰ ਦਾ ਖੇਤਰਫਲ ਹੋ ਗਿਆ ਸਾਡੇ ਕੋਲ ਪਾਈ ਆਰ ਸਕੁਅਰ, ਤੇ ਜੋ ਨੀਚੇ ਵਾਲਾ ਚੱਕਰ ਹੈ ਉਸ ਦਾ ਵੀ ਕੀ ਹੋ ਗਿਆ ਸਾਡੇ ਕੋਲ ਪਾਈ ਆਰ ਸਕੁਅਰ। ਸੋ ਅਸੀਂ ਇਹਨਾਂ ਨੂੰ ਪਲੱਸ ਕਰਾਂਗੇ ਤੇ 2 ਪਾਈ ਆਰ h, ਪਾਈ ਆਰ ਸਕੁਅਰ ਬਣ ਗਿਆ 2 ਪਾਈ ਆਰ ਸਕੁਅਰ, ਤੇ ਇਹਦੇ ਵਿੱਚੋਂ 2 ਪਾਈ ਆਰ ਸਾਂਝਾ ਕੱਢ ਦਈਏ ਤੇ ਵਿੱਚ ਕੀ ਰਹਿ ਜਾਏਗਾ, ਸਾਡੇ ਕੋਲ h ਪਲੱਸ ਆਰ ਰਹਿ ਜਾਏਗਾ। ਸੋ ਇਸ ਤਰੀਕੇ ਨਾਲ ਅਸੀਂ ਬੇਲਨ ਦੀ ਕੁੱਲ ਸਤ੍ਹਾ ਦਾ ਜੋ ਖੇਤਰਫਲ ਹੁੰਦਾ ਹੈ ਉਹ ਇਸ ਤਰੀਕੇ ਨਾਲ ਡਰਾਈਵ ਹੁੰਦਾ ਹੈ, ਠੀਕ ਹੈ। ਇਹ ਸੀ ਸਾਡੇ ਕੋਲ ਬੇਲਨ। ਅਗਲੀ ਜੋ ਆਕ੍ਰਿਤੀ ਹੈ ਉਹ ਹੈ ਸਾਡੇ ਕੋਲ ਗੋਲਾ, ਸਫੀਅਰ, ਬॉल ਹੁੰਦੀ ਹੈ, ਜਿਵੇਂ ਸਪੋਜ਼ ਕਰੋ ਜਿਵੇਂ ਇਹ ਬॉल ਹੈ ਸਾਡੇ ਕੋਲ, ਠੀਕ ਹੈ। ਇਸ ਦਾ ਆਇਤਨ ਮਤਲਬ ਇਹ ਮੰਨ ਲਓ ਕਿ ਪੂਰੀ ਤਰ੍ਹਾਂ ਭਰੀ ਹੋਈ ਹੈ, ਇਹਦੇ ਵਿੱਚ ਰਬੜ ਨੂੰ ਛੋਟਾ ਛੋਟਾ ਕਰਕੇ ਉਹਨਾਂ ਨੇ ਇਹਦੇ ਵਿੱਚ ਵੀ ਇਹਨੂੰ ਪੂਰਾ ਫਿਲ ਕੀਤਾ ਹੋਇਆ। ਸੋ ਕਿੰਨੀ ਰਬੜ ਇਹਦੇ ਵਿੱਚ ਲੱਗੀ ਜਾਂ ਕਿੰਨੀ ਉਹਨੇ ਸਪੇਸ ਇਹਦੇ ਵਿੱਚ ਆਕੂਪਾਈ ਕੀਤੀ ਹੈ, ਉਹ ਇਸ ਦਾ ਕੀ ਹੈ, ਆਇਤਨ ਹੈ, ਵੋਲੀਅਮ ਹੈ। ਔਰ ਉਹ ਫਾਰਮੂਲਾ ਕੀ ਹੁੰਦਾ, 4/3 ਪਾਈ ਆਰ ਕਿਊਬ ਹੁੰਦਾ। ਇੱਥੇ ਆਰ ਦਾ ਮਤਲਬ ਕੀ, ਅਰਧ ਵਿਆਸ ਹੈ। ਇੱਥੇ ਮੈਂ ਦੱਸਣਾ ਭੁੱਲ ਗਿਆ ਸੀ ਕਿ ਜੋ ਉੱਪਰ ਚੱਕਰ ਬਣਦਾ ਹੈ ਉਸ ਦਾ ਵੀ ਅਰਧ ਵਿਆਸ ਤੇ ਨੀਚੇ ਵਾਲੇ ਦਾ ਅਰਧ ਵਿਆਸ ਕੀ ਹੈ, ਸੇਮ ਹੈ, ਤੇ ਉਹਦਾ ਸਿੰਬਲ ਕੀ ਹੁੰਦਾ, ਆਰ ਹੁੰਦਾ ਹੈ। ਤੇ h ਦਾ ਮਤਲਬ ਹੁੰਦਾ ਇਸ ਬੇਲਨ ਦੀ ਉਚਾਈ ਕਿੰਨੀ ਹੈ ਸਾਡੇ ਕੋਲ। ਇਸ ਤਰ੍ਹਾਂ ਇਹਦੇ ਵਿੱਚ ਹੈ। ਹੁਣ ਇਹ ਜਿਹੜੀ ਬॉल ਹੈ ਇਹਦੇ ਵਿੱਚ ਹਾਈਟ ਤਾਂ ਕਿਤੇ ਹੋਏਗੀ ਨਹੀਂ, ਸਾਰੇ ਪਾਸਿਓਂ ਇਹ ਸੇਮ ਹੈ। ਇਸ ਕਰਕੇ ਇਹਦਾ ਜੋ ਰੇਡੀਅਸ ਹੈ, ਅਰਧ ਵਿਆਸ, ਤੇ ਉੱਥੇ 4/3 ਪਾਈ ਆਰ ਦੀ ਪਾਵਰ ਕਿੰਨਾ ਹੋਏਗਾ, 3 ਹੋਏਗਾ। ਇਹ ਹੁੰਦਾ ਸਾਡੇ ਕੋਲ ਗੋਲੇ ਦਾ ਆਇਤਨ। ਗੋਲੇ ਦੀ ਵਕਰ ਸਤ੍ਹਾ ਦਾ ਖੇਤਰਫਲ ਹੈ। ਵਕਰ ਸਤ੍ਹਾ ਤੇ ਕੁੱਲ ਸਤ੍ਹਾ ਦਾ ਖੇਤਰਫਲ ਗੋਲੇ ਦਾ ਸੇਮ ਹੀ ਹੁੰਦਾ ਹੈ, ਕਿਉਂਕਿ ਇਹਦੇ ਵਿੱਚ ਹੋਰ ਸਤ੍ਹਾ ਬਣਦੀ ਨਹੀਂ, ਇਹ ਸਾਰੇ ਪਾਸਿਓਂ ਤਾਂ ਇੱਕੋ ਜਿਹਾ, ਇੱਕ ਹੀ ਸਰਫੇਸ ਇਹਦੇ ਵਿੱਚ ਬਣ ਰਿਹਾ ਸਾਰੇ ਪਾਸਿਓਂ। ਇਸ ਕਰਕੇ ਜੋ ਇਹਦੀ ਵਕਰ ਸਤ੍ਹਾ ਹੈ ਉਹੀ ਉਹਦੀ ਕੁੱਲ ਸਤ੍ਹਾ ਹੈ। ਮਤਲਬ ਅਸੀਂ ਇਹ ਨਹੀਂ ਨਾ ਦੱਸ ਸਕਦੇ ਵੀ ਆਹ ਛੱਤ ਹੈ, ਫਰਸ਼ ਹੈ, ਜਿਵੇਂ ਇਹਦੇ 'ਚ ਦੱਸ ਰਹੇ ਸੀ ਕਿ ਉੱਪਰ ਵਾਲਾ ਸਰਫੇਸ ਹੈ ਸਿਲੰਡਰ ਦੇ ਵਿੱਚ, ਇਹ ਉੱਪਰ ਵਾਲਾ ਹੈ, ਥੱਲੇ ਵਾਲਾ ਹੈ, ਪਰ ਇਹਦੇ ਵਿੱਚ ਅਸੀਂ ਨਹੀਂ ਦੱਸ ਸਕਦੇ। ਇਸ ਕਰਕੇ ਇਹਦਾ ਫਾਰਮੂਲਾ ਜਿਹੜਾ ਉਹ ਸੇਮ ਹੀ ਰਹਿੰਦਾ ਹੈ, ਔਰ ਉਹ ਕੀ ਹੁੰਦਾ ਸਾਡੇ ਕੋਲ 4 ਪਾਈ ਆਰ ਸਕੁਅਰ ਹੁੰਦਾ। ਇਹਨਾਂ ਨੂੰ ਡਰਾਈਵ ਕਰਨਾ ਜਿਹੜਾ ਉਹ 10th ਕਲਾਸ ਤੋਂ ਥੋੜ੍ਹਾ ਬਾਹਰ ਦਾ ਕੰਮ ਹੋ ਜਾਂਦਾ। ਤੁਸੀਂ ਫਿਲਹਾਲ ਇਹਨਾਂ ਨੂੰ ਫਾਰਮੂਲੇਜ਼ ਨੂੰ ਲਰਨ ਕਰਨਾ ਹੈ। ਹਾਇਰ ਸਟੱਡੀਜ਼ ਦੇ ਵਿੱਚ ਤੁਸੀਂ ਇਹਨਾਂ ਦੀ ਡੈਰੀਵੇਸ਼ਨ ਜਿਹੜੀ ਆ ਉਹਦੇ ਬਾਰੇ ਜ਼ਰੂਰ ਸਿੱਖੋਗੇ, ਇਹਦੇ ਬਾਰੇ ਜ਼ਰੂਰ ਪੜ੍ਹੋਗੇ। ਨੈਕਸਟ ਹੈ ਸਾਡੇ ਕੋਲ ਅਰਧਗੋਲਾ, ਹੈਮੀਸਫੀਅਰ। ਅਰਧਗੋਲੇ ਦਾ ਆਇਤਨ ਹੈ ਸਾਡੇ ਕੋਲ। ਪਹਿਲਾਂ ਦੇਖੋ ਅਰਧਗੋਲੇ ਦਾ ਕੀ ਮਤਲਬ ਹੈ, ਗੋਲੇ ਨੂੰ ਜੇ ਸੈਂਟਰ ਦੇ ਵਿੱਚੋਂ ਅਸੀਂ ਕੱਟ ਦਈਏ ਤੇ ਫਿਰ ਸਾਡੇ ਕੋਲ ਕੀ ਬਚੇਗਾ, ਇੱਕ ਅਰਧਗੋਲਾ ਬਚ ਜਾਏਗਾ। ਉਹਦਾ ਇੱਕ ਉੱਪਰ ਸਰਫੇਸ ਬਣ ਜਾਏਗਾ, ਤੇ ਜਿਵੇਂ ਬॉल ਹੈ ਇਹਨੂੰ ਮੰਨ ਲਈਏ ਕਿ ਵਿੱਚੋਂ ਵੀ ਭਰੀ ਹੋਈ ਹੈ, ਤੇ ਇਹਨੂੰ ਮੈਂ ਕੱਟਦਾ ਜਿਵੇਂ ਬਿਲਕੁਲ ਇੱਕ ਰਬੜ ਦੀ ਗੇਂਦ ਆਉਂਦੀ ਹੁੰਦੀ, ਉਹਨੂੰ ਜੇ ਅਸੀਂ ਕੱਟ ਦਈਏ ਤਾਂ ਉਹ ਵਿੱਚੋਂ ਖਾਲੀ ਨਹੀਂ ਦਿਖੇਗੀ ਸਾਨੂੰ, ਉਹਦੇ ਉੱਪਰ ਵੀ ਇੱਕ ਚੱਕਰ ਜਿਹਾ ਬਣਿਆ
ਰਬੜ ਦਾ ਬਣਿਆ ਦਿਖੇਗਾ ਤੇ ਇਧਰੋਂ ਸਾਈਡ ਤੇ ਵੀ ਮਤਲਬ ਉਹਦੀ ਕਰਵ ਜਿਹੜਾ ਹੋਏਗਾ ਉਹਦੇ ਵਿੱਚ। ਸੋ ਇੱਥੇ ਅਸੀਂ ਕੀ ਕਰਦੇ ਹਾਂ, ਜੇ ਇਹਨੂੰ ਅੱਧ ਕਰ ਦਿੰਦੇ ਹਾਂ ਤੇ ਇਸ ਦਾ ਜੋ ਆਇਤਨ ਹੈ ਉਹ ਗੋਲੇ ਦੇ ਆਇਤਨ ਦਾ ਕੀ ਰਹਿ ਜਾਏਗਾ, ਅੱਧਾ ਰਹਿ ਜਾਏਗਾ। ਇਹ 4/3 ਪਾਈ ਆਰ ਕਿਊਬ ਹੈ, ਇਹਦਾ ਅੱਧ ਕੀਤਾ ਕੀ ਬਣ ਗਿਆ 2/3 ਪਾਈ ਆਰ ਕਿਊਬ। ਵਕਰ ਸਤ੍ਹਾ 4 ਪਾਈ ਆਰ ਸਕੁਅਰ ਸੀ, ਇਹਦਾ ਅੱਧ ਕੀਤਾ ਸਾਡੇ ਕੋਲ ਕੀ ਬਣ ਗਿਆ 2 ਪਾਈ ਆਰ ਸਕੁਅਰ। ਹੁਣ ਜਦੋਂ ਅਸੀਂ ਕੁੱਲ ਸਤ੍ਹਾ ਕਰਨੀ ਹੈ, ਹੁਣ ਜਦੋਂ ਅਸੀਂ ਇਹਨੂੰ ਅੱਧਾ ਕਰਾਂਗੇ ਤੇ ਇਹਦੇ ਵਿੱਚ ਇੱਕ ਸਰਫੇਸ ਉੱਪਰ ਬਣ ਜਾਏਗਾ, ਮਤਲਬ ਗੇਂਦ ਨੂੰ ਕੱਟਾਂਗੇ ਤੇ ਉੱਪਰ ਵੀ ਇੱਕ ਚੱਕਰ ਉਹਦੇ ਉੱਪਰ ਬਣ ਜਾਏਗਾ। ਸੋ ਕੁੱਲ ਸਤ੍ਹਾ ਦੇ ਵਿੱਚ ਉਹਦੀ ਆਹ ਵਾਲੀ ਗੁਲਾਈ ਹੈ ਜਿਹੜੀ ਇਹ ਵੀ ਆ ਜਾਏਗੀ ਤੇ ਉੱਪਰ ਵਾਲਾ ਚੱਕਰ ਵੀ ਆ ਜਾਏਗਾ। ਜਿਹੜੀ ਇਹ ਗੁਲਾਈ ਹੈ ਤਾਂ ਇਹਦੀ ਵਕਰ ਸਤ੍ਹਾ ਹੋ ਗਈ, ਉਹ ਹੋ ਗਿਆ ਸਾਡੇ ਕੋਲ 2 ਪਾਈ ਆਰ ਸਕੁਅਰ। ਜਿਹੜਾ ਉੱਪਰ ਚੱਕਰ ਬਣਦਾ ਪਿਆ ਉਹ ਸਾਡੇ ਕੋਲ ਹੋ ਗਿਆ ਪਾਈ ਆਰ ਸਕੁਅਰ, ਤੇ ਅਸੀਂ ਇਹਨਾਂ ਨੂੰ ਪਲੱਸ ਕੀਤਾ ਤੇ ਸਾਡੇ ਕੋਲ ਬਣ ਗਿਆ 3 ਪਾਈ ਆਰ ਸਕੁਅਰ। ਇਹ ਹੁੰਦਾ ਸਾਡੇ ਕੋਲ ਅਰਧ ਗੋਲੇ ਦੀ ਕੁੱਲ ਸਤ੍ਹਾ ਦਾ ਖੇਤਰਫਲ। ਨੈਕਸਟ ਜੋ ਸ਼ੇਪ ਹੈ ਸਾਡੇ ਕੋਲ ਉਹ ਹੈਗੀ ਆ ਸ਼ੰਕੂ, ਜਿਸ ਨੂੰ ਅਸੀਂ ਕੋਨ ਬੋਲ ਦਿੰਦੇ ਹਾਂ। ਆਈਸਕ੍ਰੀਮ ਵਾਲੀ ਕੋਨ ਤੁਸੀਂ ਸਾਰਿਆਂ ਨੇ ਦੇਖੀ ਹੋਏਗੀ, ਉਹੀ ਚੀਜ਼ ਹੈ। ਇਹ ਉਹਦੀ ਸ਼ੇਪ ਹੈ, ਹਾਈਟ ਹੁੰਦੀ ਹੈ, ਫਿਰ ਵਿੱਚ ਉਹਦੇ ਅਰਧ ਵਿਆਸ ਹੁੰਦਾ ਹੈ, ਤੇ ਇਸ ਰੁੱਖ ਜਿਹੜੀ ਉਚਾਈ ਹੈ ਇਸ ਨੂੰ ਤਿਰਛੀ ਉਚਾਈ ਕਹਿੰਦੇ ਆ। ਇਹਦਾ ਸਿੰਬਲ L ਹੁੰਦਾ ਹੈ, ਤਿਰਛੀ ਉਚਾਈ, ਜਾਂ ਉਸ ਨੂੰ ਸਲੈਂਟ ਹਾਈਟ ਬੋਲ ਦਿੰਦੇ ਆ। ਆਇਤਨ ਕਿੰਨੀ ਆਈਸਕ੍ਰੀਮ ਭਰੀ ਜਾ ਸਕਦੀ ਹੈ, ਕਿੰਨੀ ਜਗ੍ਹਾ ਇਹਦੇ ਵਿੱਚ ਹੈ, ਉਹ ਕੀ ਹੋ ਗਿਆ 1/3 ਪਾਈ ਆਰ ਸਕੁਅਰ H। ਆਰ ਮੀਨਸ ਅਰਧ ਵਿਆਸ, H ਮੀਨਸ ਜਿਹੜੀ ਉਹਦੀ ਜੋ ਲੰਬ ਹੈ, ਜੋ ਅੰਦਰ ਵਾਲੀ ਉਚਾਈ ਹੈ, ਉਹ ਉਹਦਾ H ਹੋਏਗਾ। ਸ਼ੰਕੂ ਦੀ ਵਕਰ ਸਤ੍ਹਾ ਦਾ ਖੇਤਰਫਲ, ਵਕਰ ਸਤ੍ਹਾ ਹੈ ਉਹਦੀ ਪਾਸੇ ਵਾਲੀ, ਠੀਕ ਹੈ। ਉਹਦੇ ਵਿੱਚ ਹੁਣ ਇਹਦੇ 'ਚ ਫਰਸ਼ ਤਾਂ ਹੈ ਨਹੀਂ ਹੈ ਨਾ, ਛੱਤ ਮੰਨ ਲਓ ਆ ਵਾ, ਇਹਨੂੰ ਛੱਡ ਦਈਏ ਤੇ ਜੋ ਇਹਦਾ ਪਾਸੇ ਵਾਲਾ ਸਰਫੇਸ ਬਣਦਾ ਹੈ ਸਾਡੇ ਕੋਲ ਉਹ ਕੀ ਹੋਏਗਾ ਪਾਈ ਆਰ ਐਲ। ਐਲ ਹੁੰਦੀ ਆ ਤਿਰਛੀ ਉਚਾਈ, ਕਿਉਂਕਿ ਇਹ 'ਚ ਦੋ ਉਚਾਈਆਂ ਆ ਜਾਂਦੀਆਂ ਨੇ, ਇੱਕ ਤੇ ਉਹਦੇ ਅੰਦਰ ਬਾਹਰ ਹੁੰਦੀ ਹੈ, ਇੱਕ ਜਿਹੜੀ ਬਾਹਰ ਕੋਨ ਦੀ ਜਿਹੜੀ ਟੇਢੀ ਉਚਾਈ ਚੱਲਦੀ ਹੈ। ਫਾਰਮੂਲਾ ਕੀ ਹੋ ਗਿਆ ਸਾਡੇ ਕੋਲ ਪਾਈ ਆਰ ਐਲ। ਸ਼ੰਕੂ ਦੀ ਕੁੱਲ ਸਤ੍ਹਾ ਦਾ ਖੇਤਰਫਲ, ਇਹਦੇ ਵਿੱਚ ਹੁਣ ਇਹ ਪਾਸੇ ਵਾਲਾ ਵਕਰ ਸਤ੍ਹਾ ਵੀ ਆਏਗੀ ਤੇ ਛੱਤ ਵੀ ਆਏਗੀ। ਵਕਰ ਸਤ੍ਹਾ ਹੋ ਗਿਆ ਸਾਡੇ ਕੋਲ ਪਾਈ ਆਰ ਐਲ, ਮੈਂ ਇੱਥੇ ਲਿਖ ਦਿੰਦਾ ਇਹ ਹੋ ਗਿਆ ਪਾਈ ਆਰ ਐਲ, ਤੇ ਜੋ ਛੱਤ ਹੈ ਉਹ ਕੀ ਹੋ ਗਿਆ ਸਾਡੇ ਕੋਲ ਪਾਈ ਆਰ ਸਕੁਅਰ। ਜੇ ਇਹਨਾਂ ਦੋਵਾਂ ਦੇ ਵਿੱਚੋਂ ਅਸੀਂ ਪਾਈ ਆਰ ਸਾਂਝਾ ਕੱਢ ਦਈਏ ਤੇ ਵਿੱਚ ਕੀ ਬਚ ਜਾਂਦਾ ਹੈ ਐਲ ਪਲੱਸ ਆਰ। ਇਹ ਫਾਰਮੂਲਾ ਹੋ ਜਾਏਗਾ। ਤੁਸੀਂ ਇਹ ਫਾਰਮੂਲੇ ਲਿਖ ਕੇ ਵੀ ਡਰਾਈਵ ਕਰ ਸਕਦੇ ਹੋ, ਜ਼ਰੂਰੀ ਨਹੀਂ ਹੈ ਯਾਦ ਕਰਨੇ, ਠੀਕ ਹੈ। ਇਹ ਬੁੱਕਸ ਦੇ ਉੱਪਰ ਇਹਨਾਂ ਨੂੰ ਕਾਮਨ ਕੱਢ ਕੇ ਇਸ ਤਰ੍ਹਾਂ ਲਿਖਿਆ ਹੁੰਦਾ, ਤੁਸੀਂ ਇਸ ਤਰੀਕੇ ਨਾਲ ਕੁਐਸਚਨ ਕਰੋਗੇ ਤਾਂ ਵੀ ਤੁਹਾਡਾ ਆਨਸਰ ਜਿਹੜਾ ਉਹ ਮੈਚ ਕਰ ਜਾਏਗਾ। ਨੈਕਸਟ ਹੈ ਇਸ ਦੇ ਵਿੱਚ ਤਿਰਛੀ ਉਚਾਈ, ਸਲਾਂਟ ਹਾਈਟ। ਐਲ ਲੱਭਣਾ ਹੋਵੇ ਤੇ ਦੇਖੋ, ਜੇ ਇਹਨੂੰ ਅਸੀਂ ਇਦਾਂ ਡਰਾ ਕਰ ਲਈਏ ਤੇ ਤੁਸੀਂ ਜਾਣਦੇ ਹੋ ਕਿ ਸਮਕੋਣੀ ਤ੍ਰਿਕੋਣ ਦੇ ਵਿੱਚ ਅਸੀਂ ਪਾਈਥਾਗੋਰਸ ਪ੍ਰਮੇය ਜਿਹੜਾ ਅਪਲਾਈ ਕਰ ਸਕਦੇ ਹਾਂ। 90 ਦੇ ਸਾਹਮਣੇ ਵਾਲੀ ਸਾਈਡ ਸਾਡੇ ਕੋਲ ਕਰਨ ਹੁੰਦਾ, ਬਾਕੀ ਦੋ ਸਾਈਡਾਂ ਆਧਾਰ ਹੁੰਦਾ ਤੇ ਲੰਬ ਹੁੰਦਾ। ਸੋ ਕਰਨ ਦਾ ਵਰਗ ਜਿਹੜਾ ਹੁੰਦਾ, ਕਰਨ ਦਾ ਵਰਗ ਬਰਾਬਰ ਹੁੰਦਾ ਆਧਾਰ ਦਾ ਵਰਗ ਪਲੱਸ ਲੰਬ ਦਾ ਵਰਗ, ਠੀਕ ਹੈ। ਮਤਲਬ ਇਹਨਾਂ ਦੋਵਾਂ 'ਚੋਂ ਅਸੀਂ ਲੰਬ ਜਾਂ ਆਧਾਰ ਉੱਧਰ ਇੱਧਰ ਕਰ ਸਕਦੇ ਹਾਂ। ਇਹ ਫਿਕਸਡ ਹੁੰਦਾ 90 ਦੇ ਸਾਹਮਣੇ ਵਾਲੀ ਜਿਹੜੀ ਸਾਈਡ ਉਸ ਨੂੰ ਅਸੀਂ ਕਰਨ ਬੋਲ ਦਿੰਦੇ ਹਾਂ, ਤੇ ਜਿਹੜਾ ਇੱਧਰ ਸਕੁਅਰ ਹੈ ਉਹ ਇੱਧਰ ਜਾ ਕੇ ਕੀ ਹੋਏਗਾ ਇਹਦਾ ਵਰਗਮੂਲ ਬਣ ਜਾਏਗਾ। ਸੋ ਐਲ ਕਿੰਨਾ ਆ ਜਾਏਗਾ ਵਰਗਮੂਲ ਐਚ ਸਕੁਅਰ ਪਲੱਸ ਆਰ ਸਕੁਅਰ। ਇਸ ਤਰੀਕੇ ਨਾਲ ਅਸੀਂ ਕੋਈ ਵੀ ਇਹ 'ਚੋਂ ਲੱਭਣਾ ਪਵੇ ਤੇ ਇਹਨਾਂ ਤਿੰਨਾਂ ਨੂੰ ਆਪਸ 'ਚ ਰਿਲੇਟ ਕਰਕੇ ਇਹਦੇ 'ਚੋਂ ਫਾਈਂਡ ਆਊਟ ਕੀਤਾ ਜਾ ਸਕਦਾ ਹੈ। ਇਹ ਹੈ ਸ਼ੰਕੂ। ਸ਼ੰਕੂ ਤੋਂ ਨੈਕਸਟ ਬਾਅਦ ਹੈ ਸਾਡੇ ਕੋਲ ਸ਼ੰਕੂ ਦਾ ਸ਼ਿਨਕ, ਫਰਸਟਮ ਆਫ ਕੋਨ। ਦੇਖੋ ਇਹ ਕੋਨ ਬਣੀ ਹੋਈ ਹੈ, ਜੇ ਇਹਨੂੰ ਮੈਂ ਇੱਥੋਂ ਕੱਟ ਦਵਾਂ ਤਾਂ ਥੱਲੇ ਵੀ ਇੱਕ ਚੱਕਰ ਬਣ ਜਾਏਗਾ, ਇੱਕ ਚੱਕਰ ਉੱਪਰ ਬਣਿਆ ਹੋਇਆ, ਥੱਲੇ ਇੱਕ ਹੋਰ ਚੱਕਰ ਬਣ ਜਾਏਗਾ। ਉੱਪਰ ਵਾਲਾ ਚੱਕਰ ਮੰਨ ਲਓ ਇਹ ਵੱਡਾ ਹੈ, ਥੱਲੇ ਵਾਲਾ ਚੱਕਰ ਛੋਟਾ ਹੈ। ਸੋ ਜਿਹੜਾ ਇਦਾਂ ਦੀ ਸ਼ੇਪ ਬਣ ਜਾਂਦੀ ਹੈ ਉਹਨੂੰ ਅਸੀਂ ਕੀ ਕਹਿ ਦਿੰਦੇ ਹਾਂ ਫਰਸਟਮ ਆਫ ਕੋਨ ਜਾਂ ਸ਼ੰਕੂ ਦੀ ਸ਼ਿਨਕ ਕਹਿ ਦਿੰਦੇ ਹਾਂ। ਜਿਸ ਤਰ੍ਹਾਂ ਐਗਜ਼ਾਮਪਲ ਲੈ ਲਈਏ ਬਾਲਟੀ ਹੈ, ਉਹਦਾ ਉੱਪਰ ਵਾਲਾ ਜੋ ਸਰਫੇਸ ਹੈ ਉਹ ਮੂੰਹ ਆ ਖੁੱਲ੍ਹਾ ਹੁੰਦਾ, ਥੱਲੇ ਵਾਲਾ ਥੱਲਾ ਜਿਹੜਾ ਉਹ ਛੋਟਾ ਹੁੰਦਾ ਹੈ, ਠੀਕ ਹੈ। ਇਹਨੂੰ ਸਿਲੰਡਰ ਨਹੀਂ ਕਹਿ ਸਕਦੇ ਅਸੀਂ, ਕਿਉਂਕਿ ਉਹਦੇ ਵਿੱਚ ਉੱਪਰ ਵਾਲਾ ਚੱਕਰ ਥੱਲੇ ਵਾਲਾ ਚੱਕਰ ਦੋਵੇਂ ਕੀ ਹੁੰਦੇ ਨੇ ਬਰਾਬਰ ਹੁੰਦੇ ਨੇ, ਪਰ ਇਸ ਦੇ ਵਿੱਚ ਚੱਕਰ ਜਿਹੜਾ ਵੱਡਾ ਛੋਟਾ ਹੁੰਦਾ। ਸੋ ਉਹਦੇ ਹਿਸਾਬ ਨਾਲ ਇਹਦੇ ਫਾਰਮੂਲੇ ਬਣਦੇ ਆ। ਸਾਰਿਆਂ ਤੋਂ ਪਹਿਲਾ ਫਾਰਮੂਲਾ ਹੈ ਸ਼ੰਕੂ ਦੇ ਸ਼ਿਨਕ ਦਾ ਆਇਤਨ। ਇਹਨੂੰ ਅਸੀਂ ਇਹਦੇ ਨਾਲ ਕੰਪੇਅਰ ਕਰਕੇ ਕਰ ਸਕਦੇ ਹਾਂ। ਦੇਖੋ ਫਰਕ ਕਿੱਥੇ ਪੈਣਾ, ਸਿਰਫ ਅਰਧ ਵਿਆਸ ਦੇ ਵਿੱਚ, ਬਾਕੀ ਤਾਂ ਸਾਰਾ ਕੁਛ ਇਹਦਾ ਉਹਦੇ ਵਰਗਾ ਹੀ ਹੈ, ਹਾਈਟ ਉੱਦਾਂ ਹੀ ਆ। ਤੇ ਦੇਖੋ ਕਿੱਦਾਂ ਹੋਏਗਾ 1/3 ਪਾਈ ਐਚ ਅਸੀਂ ਉੱਦਾਂ ਹੀ ਲਿਖ ਲਾਂਗੇ। ਜਿੱਥੇ ਸਾਡੇ ਕੋਲ ਉੱਥੇ ਫਾਰਮੂਲੇ 'ਚ ਆਰ ਸਕੁਅਰ ਸੀਗਾ, ਉਹਦੀ ਜਗ੍ਹਾ ਤੇ ਸਾਡੇ ਕੋਲ ਇੱਥੇ ਹੁਣ ਦੋ ਅਰਧ ਵਿਆਸ ਨੇ। ਵੱਡੇ ਚੱਕਰ ਦਾ ਅਰਧ ਵਿਆਸ ਅਸੀਂ ਕੈਪੀਟਲ ਆਰ ਮੰਨ ਲਿਆ,
ਛੋਟੇ ਚੱਕਰਦਾਰ ਦੇ ਵਿਆਸ ਅਸੀਂ ਛੋਟਾ r ਮੰਨ ਲਿਆ ਤੇ ਇੱਥੇ ਅਸੀਂ ਵੈਲਿਊਜ਼ ਪੁੱਟ ਕੀਤੀਆਂ ਤੇ r ਦੀ ਜਗ੍ਹਾ ਇੱਥੇ ਆ ਗਿਆ ਸਾਡੇ ਕੋਲ r ਸਕੁਅਰ ਪਲੱਸ r ਮਤਲਬ ਇਹ ਤੁਸੀਂ ਇਹਨੂੰ ਯਾਦ ਕਰਨਾ ਹੈ। ਇਸਦੀ ਡੈਰੀਵੇਸ਼ਨ ਕਾਫੀ ਲੰਬੀ ਚੌੜੀ ਹੈ, ਕਿਸੇ ਹੋਰ ਲੈਕਚਰ ਦੇ ਵਿੱਚ ਇਹਨੂੰ ਡਿਸਕਸ ਕਰਾਂਗੇ। ਨੈਕਸਟ ਹੈ ਸ਼ੰਕੂ ਦੇ ਸ਼ਿਨਕ ਦੀ ਵਕਰ ਸਤਹ ਦਾ ਖੇਤਰਫਲ। ਵਕਰ ਸਤਹ ਹੈ ਸਾਡੇ ਕੋਲ, ਸ਼ੰਕੂ ਦੇ ਵਿੱਚ ਕੀ ਸੀਗੀ ਪਾਈ ਆਰ ਐਲ। ਹੁਣ ਤੁਹਾਨੂੰ ਦੱਸਿਆ ਸੀ ਸਿਰਫ r ਨੇ ਚੇਂਜ ਹੋਣਾ, ਪਾਈ ਐਲ ਤਾਂ ਉੱਦਾਂ ਹੀ ਆ ਜਾਣਾ, ਪਾਈ ਐਲ ਅਸੀਂ ਉੱਦਾਂ ਹੀ ਲਿਖ ਲਿਆ। ਜਿੱਥੇ ਉਹ r ਸੀਗਾ ਹੁਣ ਉਹਦੀ ਜਗ੍ਹਾ ਤੇ ਅਸੀਂ ਇਹਦੇ ਵਿੱਚ 2 ਰੇਡੀਅਸ ਹੁੰਦੇ ਨੇ, ਇਸ ਕਰਕੇ ਬ੍ਰੈਕਟ ਦੇ ਵਿੱਚ ਅਸੀਂ ਲਿਖ ਦਾਂਗੇ r ਪਲੱਸ r ਕਰ ਦਾਂਗੇ। ਨੈਕਸਟ ਹੈ ਸਾਡੇ ਕੋਲ ਸ਼ੰਕੂ ਦੇ ਸ਼ਿਨਕ ਦੀ ਕੁੱਲ ਸਤਹ ਦਾ ਖੇਤਰਫਲ। ਉੱਥੇ ਦੇਖੋ ਸ਼ੰਕੂ ਦੀ ਕੁੱਲ ਸਤਹ ਦਾ ਖੇਤਰਫਲ ਆ ਸੀਗਾ ਸਾਡੇ ਕੋਲ, ਇਹਨੂੰ ਜੇ ਮੈਂ ਲਿਖ ਲਵਾਂ ਤੇ ਮਤਲਬ ਆਹ ਚੀਜ਼ ਸੀਗੀ ਸਾਡੇ ਕੋਲ ਪਾਈ ਆਰ ਐਲ ਪਲੱਸ ਪਾਈ ਆਰ ਸਕੁਅਰ। ਇੱਥੇ ਵੀ ਤੁਸੀਂ ਉਹਨੂੰ ਉੱਦਾਂ ਹੀ ਡਰਾਈਵ ਕਰ ਸਕਦੇ ਹੋ। ਜਦੋਂ ਕੁੱਲ ਸਤਹ ਲੱਭਣੀ ਹੈ, ਵਕਰ ਸਤਹ ਤਾਂ ਆਣੀ ਵਿੱਚ, ਇਹਨੂੰ ਅਸੀਂ ਡਾਇਰੈਕਟਲੀ ਉੱਦਾਂ ਹੀ ਲਿਖ ਲਿਆ ਪਾਈ ਐਲ ਆਰ ਪਲੱਸ ਆਰ। ਉੱਪਰ ਵਾਲੇ ਚੱਕਰ ਦਾ ਖੇਤਰਫਲ ਤੇ ਥੱਲੇ ਵਾਲੇ ਚੱਕਰ ਦਾ ਖੇਤਰਫਲ, ਉੱਪਰ ਵਾਲੇ ਦਾ ਪਾਈ ਕੈਪੀਟਲ ਆਰ ਸਕੁਅਰ ਹੋ ਗਿਆ, ਥੱਲੇ ਵਾਲੇ ਚੱਕਰ ਦਾ ਪਾਈ ਸਮਾਲ ਆਰ ਦਾ ਸਕੁਅਰ ਹੋ ਗਿਆ। ਸੋ ਇਹਨਾਂ ਸਾਰਿਆਂ ਨੂੰ ਪਲੱਸ ਕਰਾਂਗੇ ਤੇ ਸਾਡੇ ਕੋਲ ਬਣ ਜਾਏਗਾ ਸ਼ੰਕੂ ਦੇ ਸ਼ਿਨਕ ਦੀ ਕੁੱਲ ਸਤਹ ਦਾ ਖੇਤਰਫਲ। ਸ਼ਿਨਕ ਦੀ ਉਚਾਈ ਹੈ, ਉਸ ਦਾ ਫਾਰਮੂਲਾ ਹੈ L ਬਰਾਬਰ ਵਰਗਮੂਲ h ਸਕੁਅਰ ਪਲੱਸ r ਮਾਈਨਸ r ਦਾ ਸਕੁਅਰ। ਇਹ ਸਮਾਲ h ਤੁਸੀਂ ਪਾ ਸਕਦੇ ਹੋ, ਸਿੰਬਲ ਹੈ, ਤੁਸੀਂ ਇਹਨੂੰ ਕੈਪੀਟਲ ਜਾਂ ਛੋਟਾ ਜੋ ਵੀ ਤੁਸੀਂ ਮੰਨਣਾ ਇਹਨੂੰ ਮੰਨ ਸਕਦੇ ਹੋ। ਸੋ ਇਹ ਮੁੱਖ ਕਰਕੇ ਇਸ ਯੂਨਿਟ ਦੇ ਵਿੱਚ ਸਾਡੇ ਕੋਲ ਇਹਨਾਂ ਸ਼ੇਪਸ ਦਾ ਜ਼ਿਕਰ ਆਉਂਦਾ ਹੈ। ਸ਼ੰਕੂ ਹੁੰਦਾ ਹੈ, ਸ਼ੰਕੂ ਦੀ ਸ਼ਿਨਕ ਹੁੰਦੀ ਹੈ, ਬੇਲਣ ਹੈ, ਗੋਲਾ ਹੈ, ਅਰਧ ਗੋਲਾ ਹੈ, ਘਣਾਵ ਹੈ ਤੇ ਘਣ ਹੈ। ਸੋ ਇਹ ਇਹਨਾਂ ਦੇ ਫਾਰਮੂਲੇ ਆ, ਇਹਨਾਂ ਨੂੰ ਪ੍ਰੋਪਰਲੀ ਅੰਡਰਸਟੈਂਡ ਕਰੋ। ਉਸ ਦੇ ਬਾਅਦ ਤੁਸੀਂ ਜੋ ਇਸ ਐਕਸਰਸਾਈਜ਼ ਦੇ ਕੁਐਸਚਨ ਹੈ ਉਹ ਬੜੇ ਈਜ਼ੀਲੀ ਕਰ ਪਾਓਗੇ, ਕਿਉਂਕਿ ਇਹ ਫਾਰਮੂਲੇਜ਼ ਦੇ ਬੇਸ ਤੇ ਸਾਰੇ ਕੁਐਸਚਨ ਨੇ। ਮੈਂ ਆਸ ਕਰਦਾ ਕਿ ਤੁਹਾਨੂੰ ਜ਼ਰੂਰ ਸਮਝ ਆਇਆ ਹੋਵੇਗਾ। ਥੈਂਕ ਯੂ ਵੈਰੀ ਮਚ।